ਕੀਤੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੈਬਨਿਟ ਦੀ ਬੈਠਕ ਸੱਦੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਹਾੜੀ ਦੀਆਂ ਫਸਲਾਂ ਨੂੰ ਲੈ ਕੇ ਸਮਰਥਨ ਮੁੱਲ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਜੀ ਕਿ ਜਿਹੜੇ ਭਾਅ ਵਧਾਏ ਨੇ ਉਹ ਕਿਹੜੇ ਹਿਸਾਬ ਕਿਤਾਬ ਨਾਲ ਵਧਾਏ ਨੇ ਤੇ ਕਿੰਨਾ ਉਹਦੇ 'ਚ ਕਿਸਾਨ ਨੂੰ ਮੁਨਾਫਾ ਹੋਏਗਾ। ਪਹਿਲਾਂ ਤੁਸੀਂ ਲਗਾਤਾਰ ਕਿਸਾਨਾਂ ਤੇ ਬੋਝ ਪਾ ਦਿਓ, ਭਾਵੇਂ ਉਹ ਡੀਜ਼ਲ ਦਾ ਕੀੜੇ ਮਾਰ ਦਵਾਈਆਂ ਦਾ ਜਾਂ ਕੋਈ ਹੋਰ ਹੈਗਾ, ਤੇ ਫਿਰ ਥੋੜਾ ਜਿਹਾ ਭਾਅ ਵਧਾ ਕੇ ਉਹਨਾਂ ਨੂੰ ਕਹੋ ਕਿ ਅਸੀਂ ਤਾਂ ਤੁਹਾਡੇ ਬੜੇ ਖੈਰ ਖੁਆਹ ਆ। ਜਿਹੜੀਆਂ ਸਮਰਥਕ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਕਹਿਣਾ ਜੀ ਵੀ ਵਾਹ ਵਾਹ ਵਾਹ, ਆਹ ਤਾਂ ਮੋਦੀ ਸਾਹਿਬ ਨੇ ਕਮਾਲ ਹੀ ਕਰਤੀ। ਤੇ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਦੇ ਬਿਆਨ ਸਵੇਰੇ ਆ ਜਾਣੇ ਨੇ ਕਿਸਾਨਾਂ ਦੇ ਨਾਲ ਬੜਾ ਕੋਝਾ ਮਜ਼ਾਕ ਕੀਤਾ। ਮੱਕੀ ਦਾ ਭਾਅ ਤੁਸੀਂ ਵਧਾਇਆ ਤੇ ਮੱਕੀ ਵਿਕਦੀ ਕਿੰਨੀ ਹੈ? ਆ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ 850 ਤੋਂ ਵੱਧ ਨਹੀਂ ਵਿਕੀ, 1800 ਮੱਕੀ ਦਾ ਭਾਅ ਆ। ਕਿਉਂਕਿ ਕਰਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਜ਼ਿਲ੍ਹਾ ਤੇ ਖੱਟੜ ਸਾਹਿਬ ਨੇ ਜਿਹੜੀ ਖੱਟੀ ਹੁਣ ਤੱਕ ਖੱਟ ਕੇ ਦੇਤੀ ਹੈ ਭਾਰਤੀ ਜਨਤਾ ਪਾਰਟੀ ਨੂੰ। ਇਹ ਅੱਜ ਨਹੀਂ, ਜਦੋਂ ਦੁਬਾਰਾ ਚੋਣਾਂ ਆਉਣਗੀਆਂ ਨਾ ਨਰਿੰਦਰ ਮੋਦੀ ਨੂੰ, ਉਦੋਂ ਪਤਾ ਲੱਗੂਗਾ ਕਿ ਮਨੋਹਰ ਲਾਲ ਦੀ ਖੱਟੀ ਦਾ ਕਿੰਨਾ ਕਸਰ ਭਾਰਤੀ ਜਨਤਾ ਪਾਰਟੀ ਤੇ ਪਿਆ। ਅੱਜ ਚੋਣਾਂ ਕਰਾ ਲਓ। ਆ ਜਿਹੜਾ ਚੁਟਾਲਿਆਂ ਦਾ ਦੇਵੀ ਲਾਲ ਦਾ ਪੜਪੋਤਾ ਤੇ ਓਮ ਪ੍ਰਕਾਸ਼ ਚੁਟਾਲੇ ਦਾ ਪੋਤਰਾ ਟਪੂਸੀਆਂ ਮਾਰਦਾ ਫਿਰਦਾ ਨਾ ਇਹਨਾਂ ਦੇ ਨਾਲ, ਕਰਾਓ ਚੋਣ, ਪਤਾ ਲੱਗੇ ਉਹਦੇ 10 ਜਿੱਤੇ ਸੀਗੇ ਤੇ ਹੁਣ ਕਿੰਨੇ ਜਿੱਤ ਕੇ ਆਉਂਦੇ ਆ। ਮੈਨੂੰ ਨਹੀਂ ਲੱਗਦਾ ਕਿ ਕਿਸਾਨ ਇੱਕ ਵੀ ਸੀਟ ਭਾਰਤੀ ਜਨਤਾ ਪਾਰਟੀ ਨੂੰ ਜਾਂ ਇਹਨੂੰ ਦੁਸ਼ਯੰਤ ਚੁਟਾਲੇ ਨੂੰ ਜਿੱਤਣ ਦੇ ਦੇਣਗੇ, ਜਿੱਦਾਂ ਦਾ ਮਾਹੌਲ ਉੱਥੇ ਬਣ ਗਿਆ ਹੈਗਾ ਭੰਗੂ। ਕਿ ਹੁਣ ਚੋਣਾਂ ਆਉਣਗੀਆਂ, ਲੋਕ ਸਾਨੂੰ ਅਸਲ ਮੁੱਦਿਆਂ ਬਾਰੇ ਪੁੱਛਣਗੇ, ਕਿਉਂਕਿ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਵੱਡੀ ਪੱਧਰ ਤੇ ਜਾਗਰੂਕ ਕਰਤਾ। ਕਿਉਂ ਹੁਣ ਵੀ ਤਾਂ ਇਹਨਾਂ ਨੂੰ ਘੇਰ ਘੇਰ ਕੇ ਸਵਾਲ ਪੁੱਛਦੇ ਨੇ ਤੇ ਜਵਾਬ ਇਹਨਾਂ ਦੇ ਕੋਲੇ ਕੋਈ ਨਹੀਂ। ਇਹ ਤਾਂ ਗੱਪ ਮਾਰਦੇ ਨੇ ਇੱਕ ਦੂਜੇ ਤੋਂ ਵੱਡੀ, ਕਿ ਮੈਂ ਐਦੂ ਵੱਡੀ ਗੱਪ ਕਿਵੇਂ ਮਾਰਾਂ। ਕੋਈ ਸਮਾਂ ਹੁੰਦਾ ਸੀ ਕਿਸੇ ਬੰਦੇ ਨੇ ਕਿਹਾ ਕਿ ਸਾਡੇ ਕੋਲ ਇੱਕ ਐਡੀ ਵੱਡੀ ਮੱਝ ਹੈ, ਉਹ ਮੱਝ ਨਾ ਸਾਰੇ ਪਿੰਡ ਨੂੰ ਦੁੱਧ ਨਾਲ ਰਜਾ ਦਿੰਦੀ ਹੈ। ਤੇ ਦੂਜਾ ਕਹਿੰਦਾ ਸਾਡੇ ਕੋਲ ਨਾ ਇੱਕ ਐਡੀ ਵੱਡੀ ਢਾਂਗੀ ਹੈ, ਜਦੋਂ ਜੀ ਕਰਦਾ ਤਾਂ ਛੱਤ 'ਚ ਮਾਰਦੇ ਆ ਤੇ ਮੀਂਹ ਪੈਣ ਲੱਗ ਜਾਂਦਾ। ਕਹਿੰਦਾ ਵਾਹ ਹੋਏ, ਗੱਪ ਮਾਰ ਲੱਗੇ ਬੜਾ ਮੋਟਾ ਸੋਚ ਲਿਆ ਕਰੋ, ਢਾਂਗੀ ਰੱਖਦੇ ਕਿੱਥੇ ਆ? ਕਹਿੰਦਾ ਤੁਹਾਡੇ ਵਾਲੀ ਮੱਝ ਦੀ ਖੁਰਲੀ 'ਚ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਸਰ, ਜੇਕਰ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੈਬਨਿਟ ਦੀ ਬੈਠਕ ਸੱਦੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਹਾੜੀ ਦੀਆਂ ਫਸਲਾਂ ਨੂੰ ਲੈ ਕੇ ਸਮਰਥਨ ਮੁੱਲ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਜੀ। ਦੇਖੋ, ਅੱਜ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਸੀਗੀ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ। ਉਹ ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦੇ ਆ ਜਿਹੜੇ ਸਾਡੇ ਮੰਤਰੀ ਨੇ ਸੂਚਨਾ ਤੇ ਪ੍ਰਸਾਰਣ ਅਨੁਰਾਗ ਠਾਕਰ ਜੀ, ਉਹਨਾਂ ਨੇ ਦੱਸਿਆ ਕਿ ਜਿਹੜੀਆਂ ਹਾੜੀ ਦੀਆਂ ਫਸਲਾਂ ਨੇ ਉਹਦੇ ਵਿੱਚ ਵਾਧਾ ਕੀਤਾ ਜੀ। ਕਣਕ ਦੀ ਫਸਲ ਦੇ ਵਿੱਚ 40 ਰੁਪਏ ਵਧਾਏ ਨੇ 1975 ਤੋਂ ਵਧਾ ਕੇ ਇਹ ਹੁਣ 2015 ਹੋ ਗਈ ਹੈ ਜੀ। ਇਸੇ ਤਰ੍ਹਾਂ ਛੋਲਿਆਂ ਦੀ, ਇਸੇ ਤਰ੍ਹਾਂ ਮੂੰਗਫਲੀ ਜੀ। ਆਪਣਾ ਗੰਨੇ ਦੇ ਭਾਅ ਦੇ ਵਿੱਚ ਵੀ ਕਹਿਤਾ ਵੀ 290 ਰੁਪਏ ਵੱਧ ਤੋਂ ਵੱਧ ਹੋਵੇਗਾ ਜੀ। ਹਰਿਆਣਾ ਸਰਕਾਰ 358 ਦੇਈ ਜਾਂਦੀ ਹੈ, ਪੰਜਾਬ ਸਰਕਾਰ ਦਿੰਦੀ ਹੈ 360 ਜੀ, ਤੇ ਉਹਨਾਂ ਦਾ 290 ਕੌਣ ਮੰਨੇਗਾ ਜੀ। ਸਰਕਾਰਾਂ ਦਾਅਵੇ ਬਹੁਤ ਵੱਡੀਆਂ ਵੱਡੀਆਂ ਕਰਦੀਆਂ ਨੇ। ਜਿਹੜੀਆਂ ਸਮਰਥਕ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਕਹਿਣਾ ਜੀ ਵੀ ਵਾਹ ਵਾਹ ਵਾਹ, ਆਹ ਤਾਂ ਮੋਦੀ ਸਾਹਿਬ ਨੇ ਕਮਾਲ ਹੀ ਕਰਤੀ ਜੀ। ਤੇ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਦੇ ਬਿਆਨ ਸਵੇਰੇ ਆ ਜਾਣੇ ਨੇ ਕਿਸਾਨਾਂ ਦੇ ਨਾਲ ਬੜਾ ਕੋਝਾ ਮਜ਼ਾਕ ਕੀਤਾ ਜੀ। ਕਈ ਇਹੋ ਜਿਹੇ ਆਗੂ ਵੀ ਇੱਥੇ ਬੈਠੇ ਨੇ ਜਿਨ੍ਹਾਂ ਨੇ 2 ਰੁਪਏ ਭਾਅ ਦਾ ਵਧਾਇਆ ਸੀ ਇੱਕ ਵਾਰੀ ਕਣਕ ਦਾ ਜੀ, ਤੇ ਬੜਾ ਵੱਡਾ ਸੀ। ਜਦੋਂ ਦੂਜੀ ਸਰਕਾਰ ਨੇ ਉਹ 30-40 ਰੁਪਏ ਵਧਾਤਾ ਤਾਂ ਕੋਝਾ ਮਜ਼ਾਕ ਬਣ ਗਿਆ ਸੀ। ਇਹ ਰਾਜਸੀ ਲੋਕਾਂ 'ਚ ਹੁੰਦਾ ਹੈ, ਪਰ ਕਿਸਾਨ ਆਗੂ ਇਹਨੂੰ ਮੰਨਦੇ ਆ ਕਿ ਨਹੀਂ ਮੰਨਦੇ ਇਹਦਾ ਅੱਗੇ ਜਾ ਕੇ ਪਤਾ ਚੱਲੇਗਾ। ਇੱਕ ਪਾਸੇ ਲਗਾਤਾਰ ਮਹਿੰਗਾਈ ਵੱਧ ਰਹੀ ਹੈ, ਡੀਜ਼ਲ ਦੇ ਭਾਅ ਵੱਧ ਰਹੇ ਨੇ, ਖਾਦਾਂ ਦੇ ਭਾਅ ਵੱਧ ਰਹੇ ਨੇ, ਕੀੜੇ ਮਾਰ ਦਵਾਈਆਂ ਦੇ ਭਾਅ ਵੱਧ ਰਹੇ ਨੇ। ਕਿ ਉਹਨਾਂ ਨੂੰ ਜੇ ਕਿਸਾਨ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਨੇ ਕਿ ਜਿਹੜੇ ਫਸਲੀ ਭਾਅ ਨੇ ਇਹਨਾਂ ਨੂੰ ਜਿਹੜਾ ਕੀਮਤ ਸੂਚਕ ਹੈ ਜੀ ਉਹਦੇ ਨਾਲ ਜੋੜਿਆ ਜਾਵੇ ਜੀ, ਤਾਂ ਕਿ
ਪ੍ਰਾਈਸ ਇੰਡੈਕਸ ਦੇ ਨਾਲ ਜੀ ਤਾਂ ਕਿ ਉਹਦੇ ਮੁਤਾਬਕ ਭਾਅ ਵਧਣ। ਹੁਣ ਤੁਸੀਂ ਜਿਹੜਾ ਇਹ 40 ਰੁਪਏ ਵਧਾਇਆ ਹੈ ਤਾਂ ਮੇਰੇ ਹਿਸਾਬ ਦੇ ਨਾਲ ਇਹ ਤਾਂ ਊਂਠ ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਹੈਗੀ ਜੀ ਜਿੰਨਾ ਕਿ ਇਹਨਾਂ ਨੇ ਵਧਾਇਆ ਹੈਗਾ। ਇਹ ਕੋਈ ਜ਼ਿਆਦਾ ਨਹੀਂ, ਇਨਪੁੱਟ ਦੇ ਹਿਸਾਬ ਦੇ ਨਾਲ ਖਰਚੇ ਕਿੰਨੇ ਵੱਧਦੇ ਨੇ। ਇਹੋ ਗੱਲ ਤਾਂ ਡਾਕਟਰ ਸਵਾਮੀਨਾਥਨ ਕਹਿੰਦੇ ਨੇ। ਜੀ ਡਾਕਟਰ ਸਵਾਮੀਨਾਥਨ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਲਾਗਤ ਮੁੱਲ ਦੇ ਉੱਤੇ ਜੀ 50% ਮੁਨਾਫਾ ਦਿੱਤਾ ਜਾਵੇ। ਜੇ ਤੁਸੀਂ 25% ਮੁਨਾਫਾ ਵੀ ਦੇ ਦਿਓ ਜੀ ਤਾਂ ਕਿਸਾਨ ਕਹਿੰਦੇ ਆ ਸਾਨੂੰ ਕਿਸੇ ਕਿਸਮ ਦੀ ਕੋਈ ਰਿਆਇਤ ਨਹੀਂ ਚਾਹੀਦੀ, ਸਾਨੂੰ ਬਣਦੇ ਭਾਅ ਦੇ ਦਿਓ। ਜੀ ਜਦੋਂ ਹੋਰਾਂ ਉਤਪਾਦਾਂ ਦੇ ਵਿੱਚ ਬਣਦੇ ਭਾਅ ਹੈਗੇ ਨੇ ਜੀ ਤਾਂ ਫਿਰ ਫਸਲਾਂ ਦਾ ਕਿਉਂ ਨਾ ਹੋਵੇ। ਜੀ ਇਹ ਫਸਲਾਂ ਜਿਹੜੀਆਂ ਨੇ, ਖੇਤੀ ਜਿਹੜਾ ਹੈਗਾ ਇਹ ਰਾਜਾਂ ਦਾ ਵਿਸ਼ਾ, ਰਾਜਾਂ ਕੋਲੇ ਰਹਿਣ ਦਿਓ। ਆ ਜਿਹੜੇ ਕਾਨੂੰਨ ਬਣਾਏ ਨੇ ਤਿੰਨ ਇਹਨਾਂ ਨੇ, ਇਹ ਕਾਨੂੰਨ ਵੀ ਰਾਜਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਛਿੱਕਿਆਂ ਤੇ ਟੰਗ ਕੇ ਬਣਾਏ ਨੇ, ਜਿਹੜੇ ਕਿਸਾਨਾਂ ਦੇ ਗਲੇ ਚੋਂ ਨਹੀਂ ਉਤਰਦੇ। ਇਸੇ ਕਰਕੇ ਕਿਸਾਨ ਲਗਾਤਾਰ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ 'ਚ ਬੈਠੇ ਨੇ। ਜੀ ਕਿਸਾਨਾਂ ਦੀ ਜਿਹੜੀ ਮੁਜ਼ੱਫਰਨਗਰ ਦੇ ਵਿੱਚ ਮਹਾਪੰਚਾਇਤ ਹੋਈ, ਉਹ ਸੱਚੀ ਗੱਲ ਇਹ ਹੈਗੀ ਆ ਕਿ ਮਾਨਵਤਾ ਫਿਰਕਾ ਪ੍ਰਸਤੀ ਤੇ ਭਾਰੂ ਹੋ ਗਈ। ਕਿਸਾਨਾਂ ਦੇ ਹੌਸਲੇ ਬੁਲੰਦ ਹੋ ਗਏ। ਕਿਸਾਨਾਂ ਨੇ ਉਸ ਮੁਜ਼ੱਫਰਨਗਰ ਜਿਹਦੇ ਵਿੱਚ 2013 ਦੇ ਵਿੱਚ ਜੀ ਦੰਗੇ ਕਰਾਏ ਗਏ ਸੀ, ਦੰਗੇ ਨਹੀਂ ਉਹ ਕਤਲੇਆਮ ਸੀਗਾ, ਜੀ ਇੱਕ ਧਿਰ ਦੇ ਉੱਤੇ ਸਾਰਾ ਕੁਝ ਕਰਾ ਕੇ ਵੋਟਾਂ ਦੀ ਪ੍ਰਾਪਤੀ ਕਰਨ ਦੇ ਦੋਸ਼ ਲੱਗਦੇ ਆ ਕਿ ਵੋਟਾਂ ਲਈ ਇਹ ਸਾਰਾ ਕੁਝ ਕਰਾਇਆ ਗਿਆ ਸੀ। ਜੀ ਉਸ ਜਗ੍ਹਾ ਦੇ ਉੱਤੇ ਕਿਸਾਨ ਆਗੂ ਰਕੇਸ਼ ਟਕੈਤ ਨੇ ਆਖਿਆ ਕਿ ਹਰ ਹਰ ਮਹਾਦੇਵ, ਅੱਲਾਹੂ ਅਕਬਰ। ਜੀ ਭਾਵ ਇੱਥੇ ਹੁਣ ਕੋਈ ਪਾੜਾ ਨਹੀਂ ਹੈਗਾ, ਜੀ ਇੱਥੇ ਸਾਰੇ ਕਿਰਤੀ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਪ ਹਲ ਵਾਹ ਕੇ ਭਾਈ ਲਾਲੋ ਨੂੰ ਤਰਜੀਹ ਦਿੱਤੀ ਸੀ। ਰੌਲਾ ਇਸੇ ਗੱਲ ਦਾ ਹੈਗਾ ਕਿ ਭਾਈ ਲਾਲੋ ਦੀ ਥਾਂ ਦੇ ਉੱਤੇ ਜਿਹੜੇ ਇਹ ਹੁਕਮਰਾਨ ਨੇ ਉਹ ਮਲਕ ਭਾਗੋਆਂ ਦੇ ਦਰਾਂ ਦੇ ਮੂਹਰੇ ਖੜੇ ਨੇ, ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਨੇ। ਪ੍ਰਧਾਨ ਮੰਤਰੀ ਸਾਹਿਬ ਨੂੰ ਇਹਦਾ ਨਾਲ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਹੈ ਕਿ ਜਿਹੜੇ ਭਾਅ ਵਧਾਏ ਨੇ ਉਹ ਕਿਹੜੇ ਹਿਸਾਬ ਕਿਤਾਬ ਨਾਲ ਵਧਾਏ ਨੇ ਤੇ ਕਿੰਨਾ ਉਹਦੇ 'ਚ ਕਿਸਾਨ ਨੂੰ ਮੁਨਾਫਾ ਹੋਏਗਾ। ਪਹਿਲਾਂ ਤੁਸੀਂ ਲਗਾਤਾਰ ਕਿਸਾਨਾਂ ਤੇ ਬੋਝ ਪਾ ਦਿਓ, ਭਾਵੇਂ ਉਹ ਡੀਜ਼ਲ ਦਾ ਹੈ, ਕੀੜੇ ਮਾਰ ਦਵਾਈਆਂ ਦਾ ਹੈ ਜਾਂ ਕੋਈ ਹੋਰ ਹੈਗਾ, ਤੇ ਫਿਰ ਥੋੜਾ ਜਿਹਾ ਭਾਅ ਵਧਾ ਕੇ ਉਹਨਾਂ ਨੂੰ ਕਹੋ ਕਿ ਅਸੀਂ ਤਾਂ ਤੁਹਾਡੇ ਬੜੇ ਖੈਰ ਖੁਆਹ ਆ। ਇਹ ਲੰਬੇ ਸਮੇਂ ਤੋਂ ਪ੍ਰਕਿਰਿਆ ਚੱਲਦੀ ਆ ਰਹੀ ਹੈ, ਜਿਹਦੇ ਵਿੱਚ ਖੜੋਤ ਹੋਣੀ ਚਾਹੀਦੀ ਹੈ। ਇਹ ਪਿਰਤਾਂ ਤੋੜਨੀਆਂ ਚਾਹੀਦੀਆਂ ਨੇ। ਕਿਸਾਨਾਂ ਜਿਹੜਾ ਸਾਰਾ ਦਿਨ ਮਤਲਬ ਕਿਸਾਨ ਜਿਹੜਾ ਖੇਤਾਂ ਦੇ ਵਿੱਚ ਰਹਿੰਦਾ, ਸੱਪਾਂ ਦੀਆਂ ਸਿਰੀਆਂ ਮੱਧਦਾ, ਕਈ ਤਰ੍ਹਾਂ ਦੇ ਜੋਖਮ ਉਠਾਉਂਦਾ ਹੈ। ਕੁਦਰਤ ਵੀ ਕਈ ਵਾਰੀ ਉਹਦਾ ਸਾਥ ਨਹੀਂ ਦਿੰਦੀ। ਫਸਲ ਬੜੀ ਚੰਗੀ ਲਹਿਰ ਆਉਂਦੀ ਹੁੰਦੀ ਹੈ, ਅਖੀਰ ਤੇ ਜਾ ਕੇ ਗੜੇ ਪੈ ਜਾਂਦੇ ਨੇ, ਤੂਫਾਨ ਆ ਜਾਂਦੇ ਨੇ। ਤਾਂ ਹੀ ਤਾਂ ਕਿਹਾ ਗਿਆ ਕਿ ਖੇਤੀ ਖਸਮਾਂ ਸੇਤੀ, ਭਾਵ ਕੁਦਰਤ ਦੀ ਰਹਿਮਤ ਦੇ ਉੱਤੇ ਵੀ ਖੇਤੀ ਦਾ ਬਹੁਤ ਵੱਡਾ ਪ੍ਰਭਾਵ ਹੈ, ਬਹੁਤ ਵੱਡਾ ਅਸਰ ਕਬੂਲਿਆ ਜਾਂਦਾ ਹੈਗਾ। ਸੋ ਭੰਗੂ ਸਾਹਿਬ, ਇਹ ਜਿਹੜੇ ਭਾਅ ਵਧਾਏ ਨੇ, ਮੇਰਾ ਖਿਆਲ ਹੈ ਕਿ ਜੇ ਦੇਸ਼ ਦੇ ਹੁਕਮਰਾਨ ਇਹਨਾਂ ਭਾਵਾਂ ਨੂੰ ਜਿਹੜਾ ਹੈਗਾ ਕੀਮਤ ਸੂਚਕ ਅੰਕ ਦੇ ਨਾਲ, ਪ੍ਰਾਈਸ ਇੰਡੈਕਸ ਦੇ ਨਾਲ ਜੋੜ ਕੇ ਵਧਾਏ ਜਾਣ ਤਾਂ ਕਿਸਾਨਾਂ ਵਿੱਚ ਜਿਹੜੀ ਅਨਿਸ਼ਚਿਤਤਾ ਫੈਲੀ ਹੈ ਉਹ ਮਤਲਬ ਨਾ ਫੈਲੇ। ਇਹਦੇ ਨਾਲ ਹੀ ਮੋਦੀ ਸਾਹਿਬ ਇੱਕ ਹੋਰ ਬਿਆਨ ਵੀ ਕਰ ਦੇਣ ਕਿ ਚਲੋ ਜੋ ਉਹਨਾਂ ਨੇ ਭਾਅ ਵਧਾਇਆ ਕਿ ਇਸ ਤੋਂ ਘੱਟ ਕੋਈ ਖਰੀਦੇਗਾ ਨਹੀਂ, ਜੇ ਖਰੀਦੇਗਾ ਤਾਂ ਬਕਾਇਦਾ ਉਹਦੇ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ 'ਚ ਸੁੱਟਿਆ ਜਾਵੇਗਾ। ਮੱਕੀ ਦਾ ਭਾਅ ਤੁਸੀਂ ਵਧਾਇਆ ਤੇ ਮੱਕੀ ਵਿਕਦੀ ਕਿੰਨੀ ਹੈ? ਆ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ, 850 ਤੋਂ ਵੱਧ ਨਹੀਂ ਵਿਕੀ, 1800 ਮੱਕੀ ਦਾ ਭਾਅ ਆ। ਸੋ ਤੁਸੀਂ ਜਿਹੜਾ ਇਹ ਭਾਅ ਵਧਾਏ ਨੇ, ਇੱਕ ਗੱਲ ਦਾ ਇਹ ਕਰ ਦਿਓ ਪੱਕਾ ਕਿ ਇਸ ਤੋਂ ਘੱਟ ਕੋਈ ਨਹੀਂ ਮਤਲਬ ਲਵੇਗਾ, ਇਸ ਤੋਂ ਵੱਧ ਜਿਹੜਾ ਮਰਜ਼ੀ ਲੈ ਲੇ ਤੇ ਕਿਸਾਨਾਂ ਨੂੰ ਉਹਦੇ ਨਾਲ ਕੋਈ ਮਾੜਾ ਮੋਟਾ ਫਾਇਦਾ ਹੋ ਸਕਦਾ ਹੈ। ਜੀ ਜੇਕਰ ਗੱਲ ਭਾਜਪਾ ਦੇ ਲੀਡਰਾਂ ਦੀ ਕੀਤੀ ਜਾਵੇ ਤਾਂ ਭਾਜਪਾ ਦੇ ਲੀਡਰਾਂ ਦਾ ਤਾਂ ਜੇ ਭਾਜਪਾ ਦੀ ਪੂਰੀ ਪਾਰਟੀ ਦਾ ਜਿਹੜਾ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹ ਆਉਣ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਭਾਜਪਾ ਨੇ ਆਪਣੇ ਜਿਹੜੇ ਆਪਾਂ ਕਹਿ ਦਈਏ ਕਿ ਇੰਚਾਰਜ ਲਗਾਏ ਨੇ ਪੰਜਾਬ ਦੇ ਵਿੱਚ, ਇੱਕ ਇੰਚਾਰਜ ਲਗਾਏ ਨੇ ਤੇ ਸਹਿ ਇੰਚਾਰਜ ਜਿਹੜੇ ਉਹ ਲਗਾਏ ਨੇ। ਜੀ ਭਾਰਤੀ ਜਨਤਾ ਪਾਰਟੀ ਲੰਬੇ ਸਮੇਂ ਤੋਂ ਐਲਾਨ ਕਰਦੀ ਆ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਹੈ। ਜੀ ਉਸ ਦੇ ਮੱਦੇ ਨਜ਼ਰ ਇਹ ਤਿੰਨ ਖੇਤੀ ਕਾਨੂੰਨਾਂ ਨੂੰ ਕਿਵੇਂ ਲੈ ਕੇ ਜਾਣਗੇ? ਦੋ ਵੱਡਾ ਰਾਜ ਯੂਪੀ ਜਿੱਥੇ ਕਿਸਾਨਾਂ ਨੇ ਉਹਨਾਂ ਨੂੰ ਦਿਖਾਤਾ, ਸ਼ੀਸ਼ਾ ਦਿਖਾਤਾ ਜੀ, ਪੂਰਾ ਵੱਡਾ ਸ਼ੀਸ਼ਾ ਦਿਖਾਇਆ ਹੈਗਾ ਕਿ ਆਹ ਕੁਝ ਹੈਗਾ। ਮੈਨੂੰ ਲੱਗਦਾ ਜੇ ਅੱਜ ਵੀ ਇਹਨਾਂ ਦੇ ਦਿਮਾਗ ਦੇ ਵਿੱਚੋਂ ਜਿਹੜੀ ਤੂੜੀ ਭਰੀ ਵੀ ਆ ਉਹ ਨਾ
ਕੋਈ ਹੋਈ ਤਾਂ ਇਹਨਾਂ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਸਕਦਾ। ਇੱਕ ਗੱਲ। ਦੂਜੀ ਗੱਲ ਤੁਸੀਂ ਕੀਤੀ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਬਦਲਤਾ ਜੀ। ਰਾਜਸਥਾਨ ਦੇ ਮੁੱਖ ਮੰਤਰੀ ਹੁੰਦੇ ਸੀ ਭੈਰੋ ਦੱਤ ਸ਼ੇਖਾਵਤ ਜੀ। ਉਹਨਾਂ ਦਾ ਬੇਟਾ ਹੈ ਗਜੇਂਦਰ ਸ਼ੇਖਾਵਤ, ਜਿਹੜਾ ਇਸ ਵੇਲੇ ਜਲ ਸਰੋਤ ਕੇਂਦਰੀ ਜਲ ਸ਼ਕਤੀ ਮੰਤਰੀ ਹੈ ਜੀ। ਉਹਦੀ ਅਗਵਾਈ ਦੇ ਵਿੱਚ ਇੱਕ 3 ਮੈਂਬਰੀ ਕਮੇਟੀ ਬਣਾਈ ਹੈ, ਜਿਹਦੇ ਵਿੱਚ ਹਵਾਬਾਜ਼ੀ ਮੰਤਰੀ ਜੀ ਆਪਣੇ ਮਿਸਟਰ ਹਰਦੀਪ ਪੁਰੀ ਜੀ, ਇਸ ਤੋਂ ਇਲਾਵਾ ਇੱਕ ਇਹਨਾਂ ਦੀ ਮੰਤਰੀ ਹੈ ਮੀਨਾਕਸ਼ੀ ਲੇਖੀ ਜੀ, ਤੇ ਇੱਕ ਸਹਿ ਇੰਚਾਰਜ ਲਾਇਆ ਉਹ ਹੈਗਾ ਜੀ ਵਿਨੋਦ ਚਾਵੜਾ ਜੀ। ਇਹ 4 ਮੈਂਬਰਾਂ ਦੀ ਇੱਕ ਟੀਮ ਬਣਾਈ ਹੈ, ਜਿਹੜੀ ਹੁਣ ਅਗਲੇ ਸਮੇਂ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਚੰਡੀਗੜ੍ਹ ਦੀ ਵਿਧਾਨ ਸਭਾ ਦੀ ਵੱਡੀ ਕੁਰਸੀ ਦਿਵਾਉਣ ਵਾਸਤੇ ਆਉਣਗੇ ਜੀ। ਲੋਕ ਕਿੱਡਾ ਵੱਡਾ ਵਿਰੋਧ ਕਰ ਰਹੇ ਨੇ, ਜਾਂ ਤਾਂ ਇਹਦਾ ਕੋਈ ਪ੍ਰਬੰਧ ਕਰਕੇ ਆਉਣਗੇ ਜੀ। ਇਹਦਾ ਮਤਲਬ ਇਹ ਲੱਗਦਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਤੇ ਜਿੱਤ ਪ੍ਰਾਪਤ ਕਰਕੇ ਕੋਈ ਕੰਮ ਕਰਨਾ ਹੈ, ਕੋਈ ਰਿਜ਼ਲਟ ਕੱਢਣਾ ਹੈ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ, ਤਾਂ ਉਹਨਾਂ ਨੂੰ ਇਹ 3 ਕਾਲੇ ਕਾਨੂੰਨਾਂ ਤੇ ਕੋਈ ਨਾ ਕੋਈ ਫੈਸਲਾ ਲੈਣਾ ਪਵੇਗਾ। ਇਹ ਕਾਨੂੰਨ ਜਿਹੜੇ ਆ ਉਹਨਾਂ ਨੂੰ ਵਾਪਸ ਲੈ ਕੇ ਮੁੜ ਤੋਂ ਕੋਈ ਗੱਲ ਕਰਨੀ ਚਾਹੀਦੀ ਹੈ। ਜੇ ਭਾਰਤੀ ਜਨਤਾ ਪਾਰਟੀ ਦੇ ਇਹ ਆਗੂ ਇਹ ਕਾਨੂੰਨ ਵਾਪਸ ਲੈ ਲੈਂਦੇ ਨੇ ਤਾਂ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਕਿ ਅਸੀਂ ਇਹਨਾਂ ਦਾ ਧੰਨਵਾਦ ਕਰ ਦਿਆਂਗੇ ਤੇ ਕਿਸਾਨ ਜਿਹੜੇ ਨੇ ਭੰਗੜੇ ਪਾਉਂਦੇ ਆਪੋ ਆਪਣੇ ਰਾਜਾਂ ਨੂੰ ਪਰਤ ਜਾਣਗੇ। ਜਿਵੇਂ ਕਿ ਕੌਮਾਂਤਰੀ ਆਗੂ ਜਿਹੜੇ ਨੇ, ਕੌਮੀ ਆਗੂ ਨੇ ਰਾਕੇਸ਼ ਟਿਕੈਤ, ਉਹ ਮੁਜ਼ੱਫਰਨਗਰ ਗਏ ਪਰ ਆਪਣੇ ਘਰ ਨਹੀਂ ਗਏ। ਉਹ ਕਹਿੰਦੇ ਮੈਂ ਆਪਣੇ ਘਰ ਦੇ ਵਿੱਚ ਪੈਰ ਉਦੋਂ ਹੀ ਪਾਵਾਂਗਾ ਜਿੱਦਣ ਇਹ ਕਾਨੂੰਨਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ। ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ, ਇੱਕ ਭਾਜਪਾ ਦੇ ਸੀਨੀਅਰ ਲੀਡਰ ਨੇ ਵਰਿੰਦਰ ਸਿੰਘ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਰੱਦ ਨਹੀਂ ਹੋਣਗੇ ਜੀ। ਇਹ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਇਸ ਤਰ੍ਹਾਂ ਦੇ ਆਗੂ ਮਿਲਦੇ ਨੇ ਜੀ, ਜਿਨ੍ਹਾਂ ਦਾ ਵੱਡਾ ਮੂੰਹ ਪਾਟਿਆ ਹੋਇਆ ਹੈ, ਉਹ ਬਾਰ-ਬਾਰ ਕਰਦੇ ਨੇ। ਇੱਕ ਹੋਰ ਹੈਗੇ ਨੇ ਮਿਸਟਰ ਬਾਲਿਆ ਜੀ, ਉਹਨਾਂ ਦਾ ਨਾਂ ਹੈਗਾ, ਉਹ ਬਾਲਿਆ ਇਹ ਹੈਗੇ ਆ ਰਾਵਤ ਜੀ ਨਾ ਮਸਤੀ, ਉਹ ਵੀ ਇਹੀ ਗੱਲ ਕਹਿੰਦੇ ਨੇ। ਉਹਨਾਂ ਨੇ ਵੀ ਕਿਹਾ ਕਿ ਇਹ ਕਾਨੂੰਨ ਕੋਈ ਰੱਦ ਕਰਨ ਵਾਸਤੇ ਬਣਾਏ ਨੇ ਜੀ। ਤੁਹਾਨੂੰ ਸਲਾਹ ਕਿਹਨੇ ਲਈ ਹੈ ਜੀ? ਕੌਣ ਗਿਆ ਤੁਹਾਡੇ ਕੋਲ ਸਲਾਹ ਪੁੱਛਣ ਵਾਸਤੇ? ਜੀ। ਜਦੋਂ ਪ੍ਰਧਾਨ ਮੰਤਰੀ ਹੋਵੇ, ਗ੍ਰਹਿ ਮੰਤਰੀ ਹੋਵੇ, ਖੇਤੀ ਮੰਤਰੀ ਹੋਵੇ, ਸਨਅਤ ਮੰਤਰੀ ਹੋਵੇ, ਤੂੰ ਕੌਣ ਮੈਂ ਖਾਮਖਾ? ਜੀ। ਤੁਹਾਡੇ ਕੋਲੋਂ ਕਿਸੇ ਨੇ ਰਾਏ ਮੰਗੀ ਸੀ ਇਸ ਸੰਬੰਧ ਦੇ ਵਿੱਚ, ਕੋਈ ਕਿਸਾਨ ਆਗੂ ਗਿਆ ਜਾਂ ਕਿਸੇ ਰਾਜ ਦਾ ਮੁੱਖ ਮੰਤਰੀ, ਖੇਤੀ ਮੰਤਰੀ ਗਿਆ, ਤੁਸੀਂ ਆਪਣੇ ਆਪ ਹੀ ਸਲਾਹਾਂ ਦੇਣ ਜਾਂਦੇ ਹੋ। ਜੇ ਕੱਲ੍ਹ ਨੂੰ ਇਹ ਰੱਦ ਕਰਤੇ ਫਿਰ ਤੁਹਾਡੇ ਪੱਲੇ ਰਹੇਗਾ ਕੀ? ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ, ਕਿਉਂਕਿ 20 ਸਤੰਬਰ ਮਾਨਯੋਗ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਹੈ। ਇਹਨਾਂ ਨੂੰ 20 ਸਤੰਬਰ ਨੂੰ ਕਿਹਾ ਸੀ ਸੁਪਰੀਮ ਕੋਰਟ ਨੇ ਵੀ ਲਿਆਓ, ਕਿਉਂਕਿ ਆ ਤਾਜ਼ਾ ਟ੍ਰਿਬਿਊਨਲ ਵਾਲੇ ਮਾਮਲਿਆਂ ਦੇ ਵਿੱਚ ਇਹਨਾਂ ਦੀ ਝਾੜ ਚੰਬ ਕੀਤੀ ਹੈ। ਇਹਨਾਂ ਦਾ ਜਿਹੜਾ ਸੋਲਿਸਿਟਰ ਜਨਰਲ ਹੈ ਤੁਸ਼ਾਰ ਮਹਿਤਾ, ਉਹਨਾਂ ਨੂੰ ਕਿਹਾ ਕਿ ਤੁਸ਼ਾਰ ਸਾਹਿਬ ਕੋਈ ਸਰਕਾਰ ਦੀ ਗੱਲਬਾਤ ਵੀ ਲੈ ਕੇ ਆਓ, ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ, ਤੁਸੀਂ ਭਰ ਕਿਉਂ ਨਹੀਂ ਰਹੇ? ਸੋ ਕੇਂਦਰ ਦੀ ਸਰਕਾਰ ਹੈ ਜਿਹੜੀ, ਉਹ ਸਰਵਉੱਚ ਅਦਾਲਤ ਦਾ ਸਤਿਕਾਰ ਨਹੀਂ ਕਰਦੀ, ਉਹਨਾਂ ਦੇ ਫੈਸਲਿਆਂ ਦਾ ਸਤਿਕਾਰ ਨਹੀਂ ਕਰਦੀ। ਜਿਸ ਮੁਲਕ ਦੇ ਵਿੱਚ ਸਭ ਤੋਂ ਵੱਡੀ ਅਦਾਲਤ ਇਹ ਕਹਿ ਦੇਵੇ ਕਿ ਇਹ ਸਰਕਾਰਾਂ ਜਿਹੜੀਆਂ ਨੇ ਉਹ ਜੁਡੀਸ਼ਰੀ ਨਿਆਇਕ ਪ੍ਰਣਾਲੀ ਦਾ ਸਤਿਕਾਰ ਨਹੀਂ ਕਰਦੀਆਂ ਤੇ ਲੋਕਤੰਤਰ ਦੇ 4 ਥੰਮ ਨੇ, ਉਹਦੇ ਵਿੱਚੋਂ ਇੱਕ ਥੰਮ ਇਸ ਤਰ੍ਹਾਂ ਇਹਨਾਂ ਨਾਲ ਨਾਰਾਜ਼ ਹੋ ਜਾਵੇ ਜੇ ਇਹ ਸਤੰਭ ਜਿਹੜਾ, ਇਹ ਥੰਮ ਜਿਹੜਾ ਹਿੱਲ ਗਿਆ ਤੇ ਡਾਵਾਂਡੋਲ ਹੋ ਜਾਏਗਾ। ਇਹਦੇ ਲਈ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ। ਆ ਜਿਹੜੇ ਵੱਡੀਆਂ ਪਾਟੇ ਤੋਂ ਢੋਲ ਵਰਗੀਆਂ ਆਵਾਜ਼ਾਂ ਕੱਢਣ ਵਾਸਤੇ ਰੱਖਿਆ ਨਾ, ਇਹਨਾਂ ਨੂੰ ਥੋੜ੍ਹੀ ਬਹੁਤੀ ਨੱਥ ਪਾਉਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀਆਂ ਆਵਾਜ਼ਾਂ ਇਹ ਨਾ ਕੱਢਣ। ਕੋਈ ਅਸੀਂ ਹੈਗਾ ਧਰਮ ਅਨੇਕ ਭਾਰਤ ਏਕ, ਭਾਰਤ ਨੂੰ ਕਿਹਾ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ, ਜਾਂ ਕਿਹਾ ਗਿਆ ਸੀ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਜੇ ਗੁਲਸਤਾਨ ਹਮਾਰਾ। ਜਿਹੜੇ ਡਾਕਟਰ ਮੁਹੰਮਦ ਇਕਬਾਲ ਨੇ ਇਹ ਗੀਤ ਲਿਖਿਆ ਸੀ, ਉਸੇ ਡਾਕਟਰ ਮੁਹੰਮਦ ਇਕਬਾਲ ਨੂੰ ਆਜ਼ਾਦੀ ਤੋਂ ਕੁਝ ਸਮਾਂ ਬਾਅਦ ਹੀ ਇਹ ਕਹਿਣਾ ਪੈ ਗਿਆ ਸੀ, ਬੂਸ ਹੀ ਆਤੀ ਹੈ ਵਤਨ ਕੋ ਵਤਨ ਕਹਤੇ ਹੋਏ। ਜਿਨ੍ਹਾਂ ਵਾਸਤੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਆ ਜਿਹੜੇ ਅੰਗਰੇਜ਼ ਇੱਥੇ ਆ ਕੇ ਬੈਠ ਗਏ ਨੇ, ਇਹਨਾਂ ਦੀਆਂ ਕਰਤੂਤਾਂ ਕਰਕੇ ਉਹਨਾਂ ਦੀਆਂ ਰੂਹਾਂ ਵੀ ਕਰਲਾਉਂਦੀਆਂ ਹੋਣਗੀਆਂ ਕਿ ਅਸੀਂ ਕੁਰਬਾਨੀਆਂ ਇਹਨਾਂ ਵਾਸਤੇ ਕੀਤੀਆਂ ਸੀ। ਜਿੱਥੇ 9 ਮਹੀਨਿਆਂ ਦੇ ਉੱਤੋਂ ਜਿਹੜਾ
ਦੇਸ਼ ਦੀ ਰਾਜਧਾਨੀ ਦੇ ਬਾਹਰ ਕਿਸਾਨ ਬੈਠੇ ਹੋਣ, ਉਹਨਾਂ ਦੀ ਗੱਲ ਨਾ ਸੁਣੀ ਜਾਂਦੀ ਹੋਵੇ, ਉੱਥੇ ਇੱਕ ਇਹੋ ਜਿਹਾ AS ਅਧਿਕਾਰੀ ਆ ਜਾਵੇ ਜਿਹੜਾ ਕਹੇ ਕਿ ਇਹਨਾਂ ਦੇ ਸਿਰ ਮਾਰ ਡਾਂਗਾ ਭੰਨ ਦਿਓ, ਤੇ ਉਹਦੇ ਸਹੀ ਰਸਤੇ ਪਾਉਣ ਵਾਸਤੇ ਕਰਨਾਲ ਦੇ ਵਿੱਚ ਉਹਨਾਂ ਦਾ ਜਿਹੜਾ DC ਦਫ਼ਤਰ ਹੈ, ਮਿੰਨੀ ਸਕੱਤਰੇਤ ਹੈ, ਉਹ ਸਕੱਤਰੇਤ ਨੂੰ ਕਿਸਾਨ ਘੇਰ ਕੇ ਬੈਠੇ ਹੋਣ। ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਰੋਜ਼ ਡਾਂਗਾਂ ਪੈਂਦੀਆਂ ਹੋਣ। ਇਸ ਤਰ੍ਹਾਂ ਦਾ ਅਸੀਂ ਮਤਲਬ ਇਹ ਦੇਸ਼ ਸਿਰਜਿਆ ਸੀ ਉਹਨਾਂ ਸ਼ਹੀਦਾਂ ਨੇ, ਉਹ ਦੇਸ਼ ਸਿਰਜਿਆ ਸੀ ਕਿ ਜੇ ਸਾਡੇ ਆਜ਼ਾਦ ਹੋਵਾਂਗੇ ਤਾਂ ਇੱਥੇ ਆਜ਼ਾਦੀ ਤੋਂ ਬਾਅਦ ਅਸੀਂ ਆਜ਼ਾਦੀ ਦਾ ਨਿੱਘ ਮਾਣਾਂਗੇ, ਸਾਰੇ ਇੱਕ ਹੋ ਕੇ ਕੰਮ ਕਰਨਗੇ। ਲੇਕਿਨ ਜਿਹੜਾ ਪਾੜਾ ਵੱਡੀ ਪੱਧਰ ਤੇ ਵੱਧ ਗਿਆ, 6 ਤੇ 9 ਦਾ ਪਾੜਾ ਹੈਗਾ, ਜਨਤਾ ਨੂੰ 6 ਦਿੰਦਾ, ਇਹਨਾਂ ਨੂੰ ਲੀਡਰਾਂ ਨੂੰ 9 ਦਿੰਦਾ ਹੈ। 6 ਤੇ 9 ਦਾ ਪਾੜਾ ਇਸ ਹੱਦ ਤੱਕ ਵਧਾ ਦੇਣਗੇ, ਇਹ ਉਹਨਾਂ ਸ਼ਹੀਦਾਂ ਨੇ ਸੋਚਿਆ ਵੀ ਨਹੀਂ ਹੋਣਾ। ਜੀ, ਉਧਰ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਆਪਸੀ ਕਾਟੋ-ਕਲੇਸ਼ ਆ ਉਹ ਲਗਾਤਾਰ ਜਾਰੀ ਆ। ਉਧਰ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤੇ ਇਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਜਿਨ੍ਹਾਂ ਦਾ ਆਪਸੀ ਕਾਟੋ-ਕਲੇਸ਼ ਆ ਜਿਹੜਾ ਲਗਾਤਾਰ ਚੱਲ ਰਿਹਾ, ਤੇ ਵਿੱਚ ਵਿਚਾਲੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਹਰੀਸ਼ ਰਾਵਤ ਨੇ, ਪਰ ਉਹ ਕਹਿੰਦੇ ਨੇ ਕਿ ਜਿਹੜਾ ਇਹਨਾਂ ਦਾ ਆਪਸੀ ਕਾਟੋ-ਕਲੇਸ਼ ਚੱਲ ਰਿਹਾ ਇਹਦੇ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ। ਪਤਾ ਨਹੀਂ ਰਾਵਤ ਸਾਹਿਬ ਅੱਜ ਕੱਲ੍ਹ ਕਿਸ ਤਰ੍ਹਾਂ ਦੀ ਜਿਹੜੀ ਆ ਟਿਊਨ ਕੱਢੀ ਜਾਂਦੇ ਨੇ। ਜੇ ਅੱਡ-ਅੱਡ ਦਿਸ਼ਾਵਾਂ ਦੇ ਵਿੱਚ ਕੋਈ ਚੱਲਦਾ ਹੋਵੇਗਾ ਤਾਂ ਫਾਇਦਾ ਕਿਵੇਂ ਹੋਵੇਗਾ। ਆਪਾਂ ਦੇਖਿਆ ਕਦੇ ਕਦੇ ਟਰੈਕਟਰ 2 ਖਿੱਚਦੇ ਹੁੰਦੇ ਆ, ਜਦੋਂ ਉਹ ਸੰਗਲ ਤੋੜ ਹੀ ਦਿੰਦੇ ਨੇ। ਇਹ ਤਾਂ ਨਹੀਂ ਹੈ ਵੀ ਕੋਈ ਖਿੱਚ ਕੇ ਇੱਕ ਪਾਸੇ ਜਾਂ ਦੂਜੇ ਪਾਸੇ ਨੂੰ ਲੈ ਗਿਆ। ਜੇ 2 ਚੀਜ਼ਾਂ ਉਲਟ ਦਿਸ਼ਾ ਵਿੱਚ ਜਾਣਗੀਆਂ ਉਹਦਾ ਨੁਕਸਾਨ ਹੋਇਆ ਕਰਦਾ। ਫਾਇਦਾ ਉਦੋਂ ਹੁੰਦਾ ਜਦੋਂ ਦੋਨੇ ਜਿਹੜੀਆਂ ਇੱਕੋ ਦਿਸ਼ਾ ਦੇ ਵਿੱਚ ਜਾਣ। ਪਤਾ ਨਹੀਂ ਇਹ ਰਾਵਤ ਸਾਹਿਬ ਨੇ ਕਿਸ ਸੰਦਰਭ ਦੇ ਵਿੱਚ ਬਿਆਨ ਦਿੱਤਾ ਹੈਗਾ। ਇਹ ਤਾਂ ਇੱਕ ਦੂਜੇ ਦਾ ਸ਼ਕਲ ਦੇਖਣ ਨੂੰ ਤਿਆਰ ਨਹੀਂ, ਇੱਕ ਦੂਜੇ ਦੇ ਨੇੜੇ ਆਉਣ ਤਾਂ ਦੂਰ ਦੀ ਗੱਲ ਰਹੀ। ਸੋ ਜੇ ਪੰਜਾਬ ਦੀ ਕਾਂਗਰਸ ਦੇ ਵਿੱਚ ਇਸੇ ਤਰ੍ਹਾਂ ਦਾ ਕਾਟੋ ਕਲੇਸ਼ ਲਗਾਤਾਰ ਚੱਲਦਾ ਰਿਹਾ, ਉਹ ਕੋਈ ਬਹੁਤਾ ਫਾਇਦੇਮੰਦ ਨਹੀਂ, ਨੁਕਸਾਨਦੇਹ ਹੀ ਸਾਬਤ ਹੋਵੇਗਾ। ਉਧਰ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਹਰਪਾਲ ਸਿੰਘ ਚੀਮਾ, ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਾਂਗਰਸ ਆ ਅਜਿਹੀ ਡਰਾਮੇਬਾਜ਼ੀ ਕਰਕੇ ਜਿਹੜੇ ਲੋਕਾਂ ਨੂੰ ਲੋਕ ਮੁੱਦਿਆਂ ਤੋਂ ਭੜਕਾ ਰਹੀ ਆ ਸਰਕਾਰ, ਵੀ ਅਸੀਂ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਵੱਲ ਲੋਕ ਨਾ ਜਾਣ। ਦੇਖੋ, ਚੀਮਾ ਸਾਹਿਬ ਦੀ ਇਹ ਗੱਲ ਕਿਸੇ ਹੱਦ ਤੱਕ ਠੀਕ ਹੈਗੀ, ਉਹ ਠੀਕ ਕਹਿੰਦੇ ਨੇ ਕਿ ਇਸ ਵੇਲੇ ਜਿਹੜੀਆਂ ਰਾਜਸੀ ਧਿਰਾਂ ਪੰਜਾਬ ਦੀਆਂ ਨੇ ਰਵਾਇਤੀ, ਉਹਨਾਂ ਨੇ ਇੱਕ ਪਹਿਲਾਂ ਹੀ ਤੁਰਿਆ ਫਿਰਦਾ ਸਭ ਤੋਂ ਲੈ ਕੇ ਵੀ ਮੈਂ ਟਿਕਟਾਂ ਵੰਡਦਾ ਫਿਰਦਾ ਹੈਗਾ। ਦੂਜੇ ਆਪਸ ਵਿੱਚ ਦੀ ਲੜੀ ਜਾਂਦੇ ਨੇ। ਜਿਹੜੇ ਮੁੱਦਿਆਂ ਨੂੰ ਲੈ ਕੇ ਚਾਹੀਦਾ ਤਾਂ ਵਿਰੋਧੀਆਂ ਨੂੰ ਇਹ ਸੀ ਕਿ ਉਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਘੇਰ ਦੇ, ਉਹ ਉਹਨਾਂ ਨੂੰ ਛੱਡ ਕੇ ਉਹ ਆਪਦੀ ਡੁਗਡੁਗੀ ਵਜਾ ਰਿਹਾ ਹੈ, ਹੁਕਮਰਾਨ ਆਪਦੀ ਡੁਗਡੁਗੀ ਵਜਾ ਰਹੇ ਨੇ। ਜਿਹੜੇ ਇਸ ਪੰਜਾਬ ਦੇ ਅਸਲ ਮੁੱਦੇ ਸੀ ਉਹਨਾਂ ਮੁੱਦਿਆਂ ਦੀ ਗੱਲ ਕੋਈ ਨਹੀਂ ਕਰਦਾ। ਇਹ ਠੀਕ ਕਿਹਾ ਚੀਮਾ ਸਾਹਿਬ ਨੇ, ਮੈਂ ਉਹਨਾਂ ਦੀ ਗੱਲ ਨਾਲ ਇਸ ਗੱਲ ਨਾਲ ਸਹਿਮਤ ਹਾਂ ਕਿ ਅਸਲੀ ਮੁੱਦਿਆਂ ਨੂੰ ਛੱਡ ਕੇ ਇਹ ਲੋਕਾਂ ਦਾ ਧਿਆਨ ਭਟਕਾਉਣ ਤੇ ਲੱਗੇ ਹੋਏ ਨੇ। ਅਗਲੇ ਸਮੇਂ ਦੇ ਵਿੱਚ ਇਹਨਾਂ ਨੇ ਹੋਰ ਧਿਆਨ ਭਟਕਾ ਦੇਣਾ ਹੈਗਾ, ਕਿਉਂਕਿ ਅਸਲੀ ਮੁੱਦੇ ਤਾਂ ਚੱਕ ਨਹੀਂ ਰਹੇ। ਇਹੀ ਤਾਂ ਕਾਰਨ ਹੈ ਕਿ 3 ਲੱਖ ਕਰੋੜ ਪੰਜਾਬ ਨੂੰ ਕਰਜ਼ੇ ਤੇ ਡੋਬਤਾ। ਅਗਲੀ ਸਰਕਾਰ ਆਊਗੀ, ਲੱਖ ਕਰੋੜ ਉਹ ਡੋਬ ਦੂਗੀ। ਇੱਥੇ ਲਗਾਤਾਰ ਜਿਹੜਾ ਹੈਗਾ ਉਹ ਕਰਜ਼ੇ ਤੇ ਕਰਜ਼ਾ ਤੁਰਿਆ ਫਿਰੂਗਾ, ਜਿਹਦੇ ਕਰਕੇ ਜਿਹੜੀਆਂ ਅਸਲ ਮੁੱਦਿਆਂ ਤੋਂ ਇਹ ਦੂਰ ਜਾਂਦੇ ਨੇ। ਕਾਰਨ ਕਿ ਹੁਣ ਚੋਣਾਂ ਆਉਣਗੀਆਂ, ਲੋਕ ਸਾਨੂੰ ਅਸਲ ਮੁੱਦਿਆਂ ਬਾਰੇ ਪੁੱਛਣਗੇ, ਕਿਉਂਕਿ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਵੱਡੀ ਪੱਧਰ ਤੇ ਜਾਗਰੂਕ ਕਰਤਾ। ਕਿ ਉਹ ਹੁਣ ਵੀ ਤਾਂ ਇਹਨਾਂ ਨੂੰ ਘੇਰ ਕੇ ਸਵਾਲ ਪੁੱਛਦੇ ਨੇ ਤੇ ਜਵਾਬ ਇਹਨਾਂ ਦੇ ਕੋਲੇ ਕੋਈ ਨਹੀਂ। ਇਹ ਤਾਂ ਗੱਪ ਮਾਰਦੇ ਨੇ ਇੱਕ ਦੂਜੇ ਤੋਂ ਵੱਡੀ, ਕਿ ਮੈਂ ਐਦੂ ਵੱਡੀ ਗੱਪ ਕਿਵੇਂ ਮਾਰਾਂ। ਕੋਈ ਸਮਾਂ ਹੁੰਦਾ ਸੀ, ਕਿਸੇ ਬੰਦੇ ਨੇ ਕਿਹਾ ਕਿ ਸਾਡੇ ਕੋਲ ਇੱਕ ਐਡੀ ਵੱਡੀ ਮੱਝ ਹੈ, ਉਹ ਮੱਝ ਨਾ ਸਾਰੇ ਪਿੰਡ ਨੂੰ ਦੁੱਧ ਨਾਲ ਰਜਾ ਦਿੰਦੀ ਹੈ। ਤੇ ਦੂਜਾ ਕਹਿੰਦਾ ਸਾਡੇ ਕੋਲ ਨਾ ਇੱਕ ਐਡੀ ਵੱਡੀ ਢਾਂਗੀ ਹੈ, ਜਦੋਂ ਜੀ ਕਰਦਾ ਹੈ ਤਾਂ ਛੱਤ 'ਚ ਮਾਰਦੇ ਆ ਤੇ ਮੀਂਹ ਪੈਣ ਲੱਗ ਜਾਂਦਾ ਹੈ। ਕਹਿੰਦਾ ਵਾਹ ਹੋਏ, ਗੱਪ ਮਾਰ ਲੱਗੇ ਬੜਾ ਮੋਟਾ ਸੋਚ ਲਿਆ ਕਰੋ, ਢਾਂਗੀ ਰੱਖਦੇ ਕਿੱਥੇ ਆ? ਕਹਿੰਦਾ ਤੁਹਾਡੇ ਵਾਲੀ ਮੱਝ ਦੀ ਖੁਰਲੀ 'ਚ। ਸੋ ਇੱਕ ਦੂਜੇ ਤੋਂ ਵੱਡੀਆਂ ਗੱਪਾਂ ਮਾਰਨ ਵਾਸਤੇ ਇਹਨਾਂ ਨੇ ਹੁਣ ਨੋਬਲ ਪ੍ਰਾਈਜ਼ ਜਾਂ ਜਿਹੜੇ ਹੋਰ ਪੁਰਸਕਾਰ ਮਿਲਦੇ ਨੇ, ਭਾਰਤ ਰਤਨ, ਪਤਾ ਨਹੀਂ ਕਿਹੜਾ ਰਤਨ, ਉਹਦੇ ਵਾਸਤੇ ਇਹਨਾਂ ਨੇ ਇੱਕ ਦੂਜੇ ਤੋਂ ਅੱਗੇ ਦੀਆਂ ਵਹੀਰਾਂ ਕੱਤੀਆਂ ਵੀਆਂ ਨੇ ਕਿ ਮੈਂ ਨਾ ਪਿੱਛੇ ਰਹਿ ਜਾ ਗੱਪ ਮਾਰਨ ਤੋਂ। ਲੋਕਾਂ ਨੂੰ ਗੱਪਾਂ ਮਾਰ ਕੇ ਬੇਵਕੂਫ ਬਣਾਇਆ ਜਾ ਰਿਹਾ ਹੈ। ਜੋ ਪੰਜਾਬ ਦੀ ਅਸਲੀ ਦੁੱਖ ਦੀਆਂ ਰਗਾਂ ਨੇ, ਸਿਹਤ ਪ੍ਰਣਾਲੀ, ਸਿੱਖਿਆ ਪ੍ਰਣਾਲੀ ਸੁਧਾਰ, ਬੇਰੁਜ਼ਗਾਰੀ, ਐਕਸਾਈਜ਼ ਲੈਣ ਦਾ, ਹੁਣ ਅੱਜ ਹੀ ਨਿਕਲਿਆ ਕਿ 700 ਰੂਟ ਜਿਹੜੇ ਉਹ ਜਾਲੀ ਰੂਟਾਂ ਦੇ ਉੱਤੇ ਬੱਸਾਂ ਚੱਲਦੀਆਂ ਨੇ ਤੇ ਬੀਬੀ ਮੰਤਰੀ ਬੈਠੀ ਕਰਦੀ ਕੀ ਹੈ, ਮੁੱਖ ਮੰਤਰੀ ਕਰਦਾ ਕੀ ਹੈਗਾ। ਤਾਂ ਇਸੇ ਤਰ੍ਹਾਂ ਬਹੁਤ ਸਾਰੇ ਮੁੱਦੇ ਪੰਜਾਬ ਦੇ ਉਹ ਨੇ
ਜਿਹੜੀ ਦੁਖਦੀ ਰਗ ਆ ਪੰਜਾਬ ਦੀ ਉਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਇੱਕ ਇਸ ਤਰ੍ਹਾਂ ਦੀ ਸ਼ਬਦਾਵਲੀ ਤੇ ਆ ਉਤਰੇ ਨੇ। ਜਦੋਂ ਲੋਕ ਸਾਡੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਦੇਖਦੇ ਆ ਵੀ ਆਹ ਐਮਐਲਏ ਹੈ ਜੀ, ਆਹ ਮੈਂਬਰ ਪਾਰਲੀਮੈਂਟ ਹੈ, ਆਹ ਮੈਂਬਰ ਰਾਜ ਸਭਾ, ਇਹ ਮੰਤਰੀ ਹੈ, ਤੇ ਇਹ ਕਿਸ ਤਰ੍ਹਾਂ ਦੀਆਂ ਇੱਕ ਦੂਜੇ ਦਾ ਚਿੱਕੜ ਉਛਾਲਣ ਦਾ ਜਿਹੜਾ ਯਤਨ ਕਰਦੇ ਨੇ, ਉਹ ਜਿਹੜੀ ਨਿੱਜਤਾ ਹੁੰਦੀ ਹੈ ਨਿੱਜਤਾ ਤੱਕ ਵੀ ਜਾ ਪਹੁੰਚਦੇ ਨੇ। ਤਾਂ ਕੀ ਕਹਿਣਗੇ ਲੋਕ ਸਾਨੂੰ ਕਿ ਆਹ ਲੋਕ ਜਿਹੜੇ ਇਸ ਲੈਵਲ ਤੱਕ ਆਪਣੀ ਰਾਜਨੀਤੀ ਨੂੰ ਲੈ ਆਏ ਨੇ, ਇਹਨਾਂ ਤੋਂ ਕੋਈ ਆਸ ਰੱਖੀ ਜਾ ਸਕਦੀ ਹੈ ਕੋਈ? ਜੀ, ਜੇਕਰ ਗੱਲ ਪੰਜਾਬ ਕਾਂਗਰਸ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਜਿਹੜੀ ਆ ਉਹ ਪੰਜਾਬ ਸਰਕਾਰ ਹੁਣ ਬਟਾਲੇ ਨੂੰ ਇੱਕ ਨਵਾਂ ਜ਼ਿਲ੍ਹਾ ਐਲਾਨ ਜਾਰੀ ਹੈ, ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਫੇਰ ਕਾਟੋ ਕਲੇਸ਼ ਪੈ ਰਿਹਾ ਜੀ। ਦੇਖੋ ਇਹਦੇ ਮਾਮਲੇ ਵਿੱਚ ਵੀ ਰਾਜਨੀਤੀ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਕੋਈ ਕਿਸੇ ਦਾ ਦੁਸ਼ਮਣ ਤੇ ਕਦੋਂ ਮਿੱਤਰ ਬਣ ਜਾਵੇ ਜੀ। ਅੱਜ ਜਿਹੜੇ ਪ੍ਰਤਾਪ ਸਿੰਘ ਬਾਜਵਾ ਬੜੇ ਘਿਓ ਖਿਚੜੀ ਹੋਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੀ। ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਬਣਾਇਆ ਸੀ ਕਾਂਗਰਸ ਦਾ, ਇਸੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀ, ਆਈ ਕੈਨ ਟੈਲ ਦਾ ਬੈਟਰ ਚੁਆਇਸ। ਕਹਿੰਦਾ ਮੈਂ ਤੁਹਾਨੂੰ ਇਸ ਤੋਂ ਵਧੀਆ ਹੋਰ ਚੁਆਇਸ ਦੱਸ ਸਕਦਾ ਸੀ ਜੀ, ਹੈ ਨਾ। ਤਾਂ ਉਦੋਂ ਦੇ ਬਿਆਨ ਕੱਢੋ ਬਾਜਵਾ ਸਾਹਿਬ ਦੇ ਤੇ ਕੈਪਟਨ ਸਾਹਿਬ ਦੇ ਜੀ, ਕਿਉਂਕਿ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਚਿੱਠੀ ਲਿਖੀ ਹੈ ਜ਼ਿਲ੍ਹੇ ਵਾਸਤੇ, ਇਹਨਾਂ ਨੂੰ ਨੀਵਾਂ ਦਿਖਾਉਣ ਵਾਸਤੇ। ਮੁੱਖ ਮੰਤਰੀ ਸਾਹਿਬ ਨੇ ਕਹਿਤਾ ਵੀ ਹਾਂ ਇਹ ਗੱਲ ਤਾਂ ਬਹੁਤ ਚਿਰ ਪਹਿਲੇ ਹੀ ਮੈਨੂੰ ਬਾਜਵਾ ਸਾਹਿਬ ਦੱਸ ਗਏ ਸੀਗੇ, ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਉਧਰ ਘਿਓ ਖਿਚੜੀ ਨੇ। ਇਸੇ ਕਰਕੇ ਤਾਂ ਉਸ ਪਰਿਵਾਰ ਦੇ ਵਿੱਚ ਨੌਕਰੀ ਦਿੱਤੀ ਜਾ ਰਹੀ ਸੀਗੀ ਤਰਸ ਦੇ ਆਧਾਰ ਤੇ। ਜਿਹੜੇ ਪਰਿਵਾਰ MP ਹੋਣ, ਮੰਤਰੀ ਰਹਿ ਚੁੱਕੇ ਹੋਣ, ਵਿਧਾਇਕੀ ਉਹਨਾਂ ਦੇ ਘਰ ਦੇ ਵਿੱਚ ਹੋਵੇ, ਉਹ ਅਜੇ ਵੀ ਤਰਸ ਦੇ ਪਾਤਰ ਨੇ। ਤੇ ਜਿਹੜੇ ਰੋਜ਼ ਡੰਡੇ ਖਾਂਦੇ ਨੇ ਸੜਕਾਂ ਦੇ ਉੱਤੇ, ਤੇ ਫਿਰ ਇਹ ਕਾਹਦੇ ਪਾਤਰ ਨੇ? ਇਹ ਇਸ ਰਾਜ ਦੇ ਵਸਨੀਕ ਨਹੀਂ। ਤੁਸੀਂ ਕਿਉਂ ਇਹਨਾਂ ਨਾਲ ਗਲਤ ਵਾਅਦੇ ਕੀਤੇ? ਜੇ ਇਹਨਾਂ ਨਾਲ ਵਾਅਦੇ ਕੀਤੇ ਨੇ ਤਾਂ ਪੂਰੇ ਕਰੋ। ਜੇ ਇਹਨਾਂ ਨਾਲ ਗਲਤ ਵਾਅਦੇ ਕੀਤੇ ਨੇ, ਜਿਵੇਂ ਨਰਿੰਦਰ ਮੋਦੀ ਨੇ ਕਿਹਾ ਸੀ ਵੀ 15-15 ਲੱਖ ਤੁਹਾਡੇ ਖਾਤਿਆਂ 'ਚ ਆਏਗਾ, ਬਾਅਦ ਦੇ ਵਿੱਚ ਮੋਦੀ ਸਾਹਿਬ ਕਹਿੰਦੇ ਬਹੁਤ ਉਹ ਇੱਕ ਚੋਣ ਜੁਮਲਾ ਥਾ। ਭਾਵ ਜੁਮਲਿਆਂ ਦੇ ਆਧਾਰਿਤ ਇੱਥੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ, ਜੁਮਲਿਆਂ ਦੇ ਆਧਾਰਿਤ ਇੱਥੇ ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ। ਅਸਲੀ ਮੁੱਦਿਆਂ ਦੀ ਰਾਜਨੀਤੀ ਕੋਈ ਨਹੀਂ ਕਰਦਾ। ਇਸ ਮੁਲਕ ਦੀ ਇਸ ਹੱਦ ਤੱਕ ਵੱਧ ਗਈ ਆ ਆਬਾਦੀ, ਇਸ ਮੁਲਕ ਦੇ ਵਿੱਚੋਂ ਨੌਜਵਾਨੀ ਵਿਦੇਸ਼ਾਂ ਦੇ ਵੱਲ ਨੂੰ ਜਾ ਰਹੀ ਹੈ। ਉਹ ਅੰਗਰੇਜ਼ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਵਾਸਤੇ ਅਸੀਂ ਸੈਂਕੜੇ ਸਾਲ ਲਾਤੇ, ਉਹਨਾਂ ਅੰਗਰੇਜ਼ਾਂ ਕੋਲ ਜਾ ਕੇ ਕਹਿੰਦੇ ਆ, ਅੰਗਰੇਜ਼ ਜੀ ਆਹ ਕਾਲੇ ਅੰਗਰੇਜ਼ ਜਿਹੜੇ ਤੁਸੀਂ ਸਾਨੂੰ ਦੇ ਕੇ ਆਏ ਸੀ ਉਹ ਤਾਂ ਨਖੱਟੂ ਨਿਕਲੇ ਨੇ, ਤੁਸੀਂ ਕਿਰਪਾ ਕਰਕੇ ਸਾਨੂੰ ਦੁਬਾਰਾ ਅਪਣਾ ਲਓ, ਸਾਨੂੰ ਮਾੜਾ ਮੋਟਾ ਬਖਸ਼ ਦਿਓ। ਸਾਡੇ ਜਿਹੜੇ ਪੂਰਵਜ ਨੇ ਉਹਨਾਂ ਨੇ ਗਲਤ ਕੰਮ ਕੀਤਾ, ਥੋਤੋਂ ਆਜ਼ਾਦੀ ਲੈ ਕੇ ਅਸੀਂ ਤਾਂ ਗੁਲਾਮ ਹੀ ਚੰਗੇ ਸੀ, ਲੇਕਿਨ ਹੁਣ ਵੀ ਸਾਨੂੰ ਤੁਸੀਂ ਆਪਣੇ ਕੋਲ ਰੁਜ਼ਗਾਰ ਦੇ ਦਿਓ। ਤੇ ਵੀਰਾਂ ਕੱਤ ਕੇ ਜਹਾਜ਼ ਭਰ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ। ਸੋ ਨਾਲੇ ਸਰਮਾਇਆ ਜਾ ਰਿਹਾ ਹੈ, ਸਰਮਾਇਆ ਵੀ ਡਬਲ, ਇੱਕ ਤਾਂ ਪੈਸੇ ਦੇ ਰੂਪ ਦੇ ਵਿੱਚ, ਇੱਕ ਨੌਜਵਾਨਤਾ ਦੇ ਰੂਪ ਦੇ ਵਿੱਚ ਸਾਡਾ ਸਰਮਾਇਆ ਜਾ ਰਿਹਾ ਹੈ। ਉਹ ਸਰਮਾਏ ਨੂੰ ਰੋਕਣ ਵਾਸਤੇ ਅਸੀਂ ਕੀਤਾ ਕੀ ਹੈ? ਜਾਂ ਆਹ ਵੋਟਾਂ ਆ ਗਈਆਂ, ਇਹਨਾਂ ਨੂੰ ਪੁੱਛਿਓ ਜਦੋਂ ਇਹ ਸੱਥਾਂ 'ਚ ਆਉਣ ਕਿ ਪਿਛਲੀ ਵਾਰੀ ਆਹ ਵਾਅਦੇ ਕੀਤੇ ਸੀ, ਲਿਆਓ ਦੱਸੋ ਕਿੱਥੇ ਕੀਤਾ ਹੈ। ਤੁਸੀਂ ਉੱਥੇ ਬਹਿ ਕੇ ਕਹਿ ਰਹੇ ਹੋ ਕਿ ਅਸੀਂ ਵਾਅਦੇ, ਹੁਣ ਕੈਪਟਨ ਸਾਹਿਬ ਕਹਿੰਦੇ 75-95% ਵਾਅਦੇ ਪੂਰੇ ਹੀ ਕਰਤੇ, ਫਿਰ ਤਾਂ ਹੱਥ ਹੀ ਨਿਕਲ ਗਿਆ, ਪੂਛ ਰਹਿ ਗਈ। ਸੋ ਲੋਕਾਂ ਦਾ ਬੇਵਕੂਫ ਬਣਾਉਣਾ ਛੱਡੋ, ਲੋਕ ਹੁਣ ਜਾਗਰੂਕ ਹੋ ਚੁੱਕੇ ਨੇ। ਇਸ ਕਿਸਾਨੀ ਅੰਦੋਲਨ ਨੇ ਜਿੱਥੇ ਭਾਈਚਾਰਕ ਸਾਂਝ ਦੇ ਵਿੱਚ ਵਾਧਾ ਕੀਤਾ, ਉੱਥੇ ਲੋਕਾਂ ਵਿੱਚ ਵੱਡੇ ਪੱਧਰ ਤੇ ਜਾਗਰੂਕਤਾ ਵੀ ਰਹਿੰਦੀ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਹੋਏ ਸਨ। ਉਹਨਾਂ ਉੱਪਰ ਦੋਹਰੇ ਸੰਵਿਧਾਨ ਦਾ ਜਿਹੜਾ ਉਹ ਮਾਮਲਾ ਦਰਜ ਕਰਵਾਇਆ ਗਿਆ ਸੀਗਾ। ਇਹ ਮਾਮਲਾ ਬਲਵੰਤ ਸਿੰਘ ਖੇੜਾ ਵੱਲੋਂ ਦਰਜ ਕਰਵਾਇਆ ਗਿਆ ਸੀਗਾ, ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਜੀ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਨਹੀਂ, ਬਿਆਨ ਦੇਵੇ ਕਿਵੇਂ ਜੀ? ਜਦੋਂ ਜਿਹੜੀ ਚੀਜ਼ ਡਾਕੂਮੈਂਟ ਦਸਤਾਵੇਜ਼ ਦੇ ਆਧਾਰ ਤੇ ਸਹੀ ਹੈ ਜੀ, ਜਦੋਂ ਇਹ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਤਾਂ ਉੱਥੇ ਕਹਿੰਦੇ ਅਸੀਂ ਧਰਮ ਨਿਰਪੱਖ ਪਾਰਟੀ ਹੈ ਜੀ, ਜਦੋਂ ਲੜਦੇ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਫਿਰ ਕਹਿੰਦੇ ਹਮ ਤਾਂ ਧਾਰਮਿਕ ਪਾਰਟੀ ਹੈ ਜੀ, ਸਿੱਖ ਧਰਮ ਦੇ ਵਿੱਚ ਧਰਮ ਤੇ ਰਾਜਨੀਤੀ ਇਕੱਠੀ ਹੈ ਜੀ। ਤਾਂ ਇਹਨਾਂ ਨੇ ਬਲਵੰਤ ਸਿੰਘ ਖੇੜਾ ਨੇ ਬਹੁਤ ਲੰਬਾ ਸੋ ਗਿਆ, ਉਹਨਾਂ ਨੂੰ ਜੂਝਦੇ ਨੂੰ ਸੋਸ਼ਲਿਸਟ ਪਾਰਟੀ ਦੇ ਉਹ ਆਗੂ ਨੇ ਜੀ, 85 ਸਾਲਾਂ ਦੀ ਉਹਨਾਂ ਦੀ ਉਮਰ ਹੈ ਜੀ। ਉਹਨਾਂ ਨੇ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਇਹਨਾਂ ਦਾ ਦੋਹਰਾ ਕਿਰਦਾਰ ਹੈ ਜਿਹੜਾ ਵਿਧਾਨ ਸਭਾ 'ਚ ਇੱਕ ਜੀ, ਸ਼੍ਰੋਮਣੀ ਕਮੇਟੀ 'ਚ ਇੱਕ, ਉਹਦੇ ਅਗੇਂਸਟ ਇੱਕ ਕੇਸ ਪਾਇਆ ਸੀ, ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਇਹਨਾਂ ਤਿੰਨਾਂ ਨੂੰ ਸੰਮਨ ਕੀਤਾ ਸੀ ਕਿ ਅਦਾਲਤ 'ਚ ਪੇਸ਼ ਹੋਵੋ। ਇਹਨਾਂ ਨੇ ਉਹਨਾਂ ਨੂੰ ਚੁਣੌਤੀ ਦੇ ਕੇ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ
ਜਿਹੜੀ ਹੈ ਅਰਜੀ ਪਾਤੀ ਜੀ ਕਿ ਸਾਨੂੰ ਸੰਮਨ ਗਲਤ ਕੀਤਾ ਗਿਆ, ਜੀ। ਤਾਂ ਉਹਦੇ ਤੇ ਫੈਸਲਾ ਕਰਦਿਆਂ ਮਾਨਯੋਗ ਅਦਾਲਤ ਨੇ ਫੈਸਲਾ ਦਿੱਤਾ ਸੀ ਜੀ ਕਿ ਉਸੇ ਅਦਾਲਤ 'ਚ ਜਾਓ, ਜੀ ਜਾ ਕੇ ਪੇਸ਼ ਹੋਵੋ, ਜੀ ਇੱਥੇ ਤੁਹਾਡੇ ਵਾਸਤੇ ਕੋਈ ਰਾਹਤ ਨਹੀਂ ਹੈਗੀ। ਜੀ। ਸਰਦਾਰ ਬਾਦਲ ਜਿਹੜੇ ਵੱਡੇ ਨੇ ਜੀ ਉਹਨਾਂ ਨੂੰ ਇੰਨੀ ਕੁ ਰਾਹਤ ਦੇ ਦਿੱਤੀ ਸੀ, ਉਹ ਬਜ਼ੁਰਗ ਨੇ, ਜੀ ਉਹਨਾਂ ਨੂੰ ਬਾਰ-ਬਾਰ ਅਦਾਲਤ ਦੇ ਵਿੱਚ ਨਾ ਬੁਲਾਇਆ ਜਾਵੇ। ਜੀ। ਜਦੋਂ ਇਸ ਦਾ ਫੈਸਲਾ ਕੁਨ ਲੜਾਈ ਹੋਵੇਗੀ, ਫੈਸਲਾ ਕੁਨ ਸਥਿਤੀ ਆਵੇਗੀ, ਜੀ ਉਸ ਪੜਾਅ ਤੇ ਕੇਸ ਪਹੁੰਚੇਗਾ, ਉਦੋਂ ਉਹਨਾਂ ਨੂੰ ਭਾਵੇਂ ਤੁਸੀਂ ਬੁਲਾ ਲਵੋ। ਉਸ ਮਾਮਲੇ ਦੇ ਵਿੱਚ ਅੱਜ ਸੁਖਬੀਰ ਸਿੰਘ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਸੀ। ਇਹਦਾ ਸਮਾਂ ਸੀ ਕਿ 13 ਸਤੰਬਰ ਤੱਕ ਜੀ ਤੁਸੀਂ ਆ ਕੇ ਅਦਾਲਤ 'ਚ ਪੇਸ਼ ਹੋਵੋ। ਜੀ ਤਾਂ ਇਹ ਹੁਣ ਜਦੋਂ ਉੱਚ ਅਦਾਲਤ ਨੇ ਇਹਨੂੰ ਠੁਕਰਾਤਾ ਤੇ ਉਸੇ ਅਦਾਲਤ ਵਿੱਚ ਆਉਣ ਨੂੰ ਕਹਿਤਾ, ਇਹ ਕੇਸ ਬਹੁਤ ਵੱਡਾ ਹੈ, ਇਹ ਬਹੁਤ ਲਾਈਟਲੀ ਲੈਂਦੇ ਫਿਰਦੇ ਨੇ। ਜੀ। ਅੱਜ ਜਦੋਂ ਪੇਸ਼ ਹੋਏ ਨੇ ਅਦਾਲਤ ਨੇ ਉਹਨਾਂ ਨੂੰ ਅੱਗੇ ਕਾਨੂੰਨ ਦੇ ਆਧਾਰ ਦੇ ਉੱਤੇ ਇਸ ਅਦਾਲਤ 'ਚ ਉਹਨਾਂ ਤੇ ਕਾਰਵਾਈ ਹੋਵੇਗੀ। ਜੀ ਜੇਕਰ ਗੱਲ ਕਰਨਾਲ ਦੀ ਕੀਤੀ ਜਾਵੇ ਤਾਂ ਕਰਨਾਲ ਦੇ ਵਿੱਚ ਕਾਫੀ ਸਮਾਂ ਪਹਿਲਾਂ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਵੀ ਹੋਈ ਸੀ ਤੇ ਕਈ ਕਿਸਾਨ ਜ਼ਖਮੀ ਵੀ ਹੋਏ ਸੀ, ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕਰਨਾਲ ਦੇ ਵਿੱਚ ਹੁਣ ਅੰਦੋਲਨ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ। ਪਰ ਉਧਰ ਹਰਿਆਣਾ ਪ੍ਰਸ਼ਾਸਨ ਦੇ ਨਾਲ ਉਹਨਾਂ ਦੀਆਂ 3 ਮੀਟਿੰਗਾਂ ਹੋਈਆਂ ਨੇ ਜੋ ਕਿ ਬੇਸਿੱਟਾ ਰਹੀਆਂ ਨੇ। ਇਸ ਤੋਂ ਇਲਾਵਾ ਹੁਣ ਵੀ ਮੀਟਿੰਗ ਜਾਰੀ ਹੈ, ਲੱਗਦਾ ਕੋਈ ਜਿਹੜੀ ਆਸ ਆ ਕੋਈ ਨਿਕਲੂਗੀ ਉਹਦੇ ਵਿੱਚੋਂ? ਦੇਖੋ, ਲੱਗਦਾ ਹੈਗਾ ਕਿ ਜਦੋਂ 3 ਬੇਸਿੱਟਾ ਮੀਟਿੰਗਾਂ ਤੋਂ ਬਾਅਦ ਕਿਸਾਨ ਜਾ ਕੇ ਕਰਨਾਲ ਦੇ ਮਿੰਨੀ ਸਕੱਤਰੇਤ ਦੇ ਮੂਹਰੇ ਜਾ ਬੈਠੇ, ਜੀ, ਤਾਂ ਮੈਨੂੰ ਲੱਗਦਾ ਚੌਥੀ ਮੀਟਿੰਗ ਸੱਦਿਓ ਤਾਂ ਗਈ ਹੋਣੀ ਹੈ। ਪਹਿਲੀ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਉਹਨੂੰ ਸਸਪੈਂਡ ਕੀਤਾ ਜਾਵੇ। ਜੀ ਜਿਹੜੇ ਬੰਦੇ ਨੇ ਇਹ ਕਿਹਾ ਕਿ ਸਿਰ ਤੋੜ ਦਿਓ, ਇਹ ਜਿਹਦੇ ਸੰਵਿਧਾਨ ਦੀ ਸਹੁੰ ਚੱਕੀ ਆ ਉਹਨੇ, ਉਹਦੇ ਵਿੱਚ ਕਿਤੇ ਨਹੀਂ ਆਉਂਦਾ ਹੈਗਾ ਕਿ ਤੁਸੀਂ ਜਾ ਕੇ ਹਿੰਸਕ ਹੋ। ਇਹਦਾ ਮਤਲਬ ਸਿਰ ਤੋੜ ਦਿਓ ਮਤਲਬ ਤਾਂ ਇਹ ਹੋ ਗਿਆ ਕਿ ਹਿੰਸਾ ਨੂੰ ਬੜਾਵਾ ਦੇਣਾ। ਜੀ ਸੋ ਜੇ ਉਹਨਾਂ ਦੀ ਉਹ ਮੰਗ ਮੰਨੀ ਜਾਂਦੀ ਹੈ। ਦੂਜੀ ਉਹਨਾਂ ਦੀ ਮੰਗ ਹੈ ਕਿ ਜਿਹੜਾ ਸੁਸ਼ੀਲ ਕਾਜਲ ਜੀ ਉਸ ਪਿੰਡ ਦਾ ਹੈਗਾ, ਜੀ ਉਹਦੇ ਪਰਿਵਾਰ ਨੂੰ 25 ਲੱਖ ਮੁਆਵਜ਼ਾ, ਇੱਕ ਸਰਕਾਰੀ ਨੌਕਰੀ ਜੀ ਇਹ ਦਿੱਤੀ ਜਾਵੇ। ਆਪਾਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਕਿਹਾ ਕਿ ਹਰਿਆਣਾ ਸਰਕਾਰ ਨੇ ਕੋਈ ਠੋਸ ਨੀਤੀ ਨਹੀਂ ਬਣਾਈ, ਇਸ ਤੇ ਉਹਨਾਂ ਨੂੰ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਹੁਣ ਜਿਹੜਾ ਉਹ ਐਸਡੀਐਮ ਵਾਲਾ ਮਾਮਲਾ ਹੈਗਾ, ਇਹਦੇ ਤੇ ਜਿਹੜੀ ਗੱਲਬਾਤ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਇਹ ਤਾਂ ਸਮਾਂ ਦੱਸੇਗਾ, ਲੇਕਿਨ ਆਸ ਰੱਖਣੀ ਚਾਹੀਦੀ ਹੈ। ਜੇ ਨਹੀਂ ਤਾਂ ਜਿਹੜਾ ਸੰਘਰਸ਼ ਕਿਸਾਨਾਂ ਦਾ ਬਾਰਡਰਾਂ ਤੇ ਚੱਲਦਾ, ਚੌਥਾ ਜਿਹੜਾ ਹੋਏਗਾ ਉਹ ਕਰਨਾਲ ਦੇ ਇਸ ਮਿੰਨੀ ਸਕੱਤਰੇਤ ਦੇ ਵਿੱਚ ਚੱਲਦਾ ਰਹੇਗਾ। ਕਿਸਾਨਾਂ ਵਿੱਚ ਜਾਗਰੂਕਤਾ ਬਹੁਤ ਹੋ ਗਿਆ, ਹਿੰਸਾ ਕਿਸੇ ਨੂੰ ਨਹੀਂ ਫੈਲਾਉਣੀ ਚਾਹੀਦੀ, ਇਹ ਮੰਦਭਾਗੀ ਹੈ। ਇਹ ਜਿਹੜੇ ਕਿਉਂਕਿ ਕਰਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਜ਼ਿਲ੍ਹਾ ਜੀ, ਤੇ ਖੱਟੜ ਸਾਹਿਬ ਨੇ ਜਿਹੜੀ ਖੱਟੀ ਹੁਣ ਤੱਕ ਖੱਟ ਕੇ ਦੇਤੀ ਹੈ ਭਾਰਤੀ ਜਨਤਾ ਪਾਰਟੀ ਨੂੰ, ਇਹ ਅੱਜ ਨਹੀਂ, ਜਦੋਂ ਦੁਬਾਰਾ ਚੋਣਾਂ ਆਉਣਗੀਆਂ ਨਾ ਨਰਿੰਦਰ ਮੋਦੀ ਨੂੰ, ਉਦੋਂ ਪਤਾ ਲੱਗੂਗਾ ਕਿ ਮਨੋਹਰ ਲਾਲ ਦੀ ਖੱਟੀ ਦਾ ਕਿੰਨਾ ਕਸਰ ਭਾਰਤੀ ਜਨਤਾ ਪਾਰਟੀ ਤੇ ਪਿਆ। ਅੱਜ ਚੋਣਾਂ ਕਰਾ ਲਓ, ਆ ਜਿਹੜਾ ਚੌਟਾਲਿਆਂ ਦਾ ਦੇਵੀ ਲਾਲ ਦਾ ਪੜਪੋਤਾ ਤੇ ਓਮ ਪ੍ਰਕਾਸ਼ ਚੌਟਾਲੇ ਦਾ ਪੋਤਰਾ ਟਪੂਸੀਆਂ ਮਾਰਦਾ ਫਿਰਦਾ ਨਾ ਇਹਨਾਂ ਦੇ ਨਾਲ, ਕਰਾਓ ਚੋਣ, ਪਤਾ ਲੱਗੇ ਉਹਦੇ 10 ਜਿੱਤੇ ਸੀਗੇ ਤੇ ਹੁਣ ਕਿੰਨੇ ਜਿੱਤ ਕੇ ਆਉਂਦੇ ਆ। ਮੈਨੂੰ ਨਹੀਂ ਲੱਗਦਾ ਕਿ ਕਿਸਾਨ ਇੱਕ ਵੀ ਸੀਟ ਭਾਰਤੀ ਜਨਤਾ ਪਾਰਟੀ ਨੂੰ ਜਾਂ ਇਹਨੂੰ ਦੁਸ਼ਯੰਤ ਚੌਟਾਲੇ ਨੂੰ ਜਿੱਤਣ ਦੇ ਦੇਣਗੇ, ਜਿੱਦਾਂ ਦਾ ਮਾਹੌਲ ਉੱਥੇ ਬਣ ਗਿਆ ਹੈਗਾ ਭੰਗੂ। ਸੋ ਜਿਹੜੇ ਰਾਜਸੀ ਆਗੂ ਆ, ਇਹਨਾਂ ਨੂੰ ਕੋਈ ਨਾ ਜ਼ਮੀਨੀ ਹਕੀਕਤਾਂ ਨਾਲ ਜੁੜ ਕੇ ਕੰਮ ਕਰਨਾ ਚਾਹੀਦਾ, ਜਿਹੜੇ ਹੋ ਨਹੀਂ ਰਹੇ। ਜੀ, ਉਧਰ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਓਲੰਪਿਕ ਦੇ ਵਿੱਚ ਖੇਡੇ ਖਿਡਾਰੀਆਂ ਨੂੰ ਜਿਹੜਾ ਆਪਣੇ ਹੱਥੀ ਜਿਹੜਾ ਖਾਣਾ ਉਹ ਬਣਾ ਕੇ ਖਵਾਉਣ ਜਾ ਰਹੇ ਨੇ। ਇਹ ਵੀ ਇੱਕ ਸਿਆਸੀ ਡਰਾਮਾ ਹੈ ਜੀ। ਕੈਪਟਨ ਸਾਹਿਬ ਇਹ ਦੱਸ ਦੇਣ ਵੀ ਜਦੋਂ ਖੇਡਣ ਗਏ ਸੀ ਉਦੋਂ ਤੁਸੀਂ ਉਹਨਾਂ ਦਾ ਕੀ ਕੀਤਾ ਸੀ। ਜੀ, ਅੰਮ੍ਰਿਤਸਰ ਦੀ ਕੁੜੀ ਹੈ ਜੀ, ਉਸ ਦਾ ਪਿਤਾ ਨੇ ਮੋਟਰਸਾਈਕਲ ਵੇਚ ਕੇ ਕਿੱਟ ਲੈ ਕੇ ਦਿੱਤੀ ਸੀ ਆਪਦੀ ਧੀ ਨੂੰ। ਜੀ, ਉਸ ਤੋਂ ਇਲਾਵਾ ਹੋਰ ਖਿਡਾਰੀ ਹੈਗੇ ਨੇ ਜਿਨ੍ਹਾਂ ਦਾ ਬਹੁਤ ਔਖਾ ਸਮਾਂ ਸੀ। ਇੱਕੋ ਸਾਡੀ ਇੱਕ ਲੜਕੀ ਹੈ ਕਰਾਟੇ ਵਾਲੀ, ਜੀ, ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ, ਉਹਨੂੰ ਡਹਾਕ ਰੱਖਿਆ ਗਿਆ। ਉਹ ਆਪਦੇ ਪਿਤਾ ਦੇ ਨਾਲ ਵਿਚਾਰੀ ਝੋਨਾ ਲਾਉਂਦੀ ਸੀ, ਨਾਲੇ ਵਿਹਲੇ ਟਾਈਮ 'ਚ ਪੜ੍ਹ ਲੈਂਦੀ ਸੀ। ਅੱਜ ਇਹ ਸੋਸ਼ੇਬਾਜ਼ੀ ਕਰਨੀ ਕਿ ਮੁੱਖ ਮੰਤਰੀ ਸਾਹਿਬ ਆਪਣਾ ਹੱਥ ਨਾਲ ਖਾਣਾ ਖਵਾਇਆ ਕਰਨਗੇ, ਤਾਂ ਕਿਤੇ ਇਹ ਤਾਂ ਨਹੀਂ ਹੈ ਵੀ ਮੁੱਖ ਮੰਤਰੀ ਸਾਹਿਬ ਨੂੰ ਨਜ਼ਰ ਆਉਣ ਲੱਗ ਗਿਆ ਹੋਵੇ ਵੀ ਲੋਕਾਂ ਨੇ ਹੁਣ ਸਾਨੂੰ ਤੋੜ ਦੇਣਾ ਤੇ ਇਸ ਤੋਂ ਬਾਅਦ ਕੋਈ ਢਾਬਾ ਹੀ ਖੋਲ੍ਹ ਲਈਏ ਜਿਹਦੇ ਨਾਲ ਸਾਰਿਆਂ ਨੂੰ ਖਾਣਾ ਖਵਾਵਾਂਗੇ। ਇਹਦੇ ਨਾਲੋਂ ਚੰਗਾ ਇਹ ਸੀ ਮੁੱਖ ਮੰਤਰੀ ਸਾਹਿਬ ਕੋਈ ਇਸ ਤਰ੍ਹਾਂ ਦਾ ਐਲਾਨ ਕਰਦੇ ਕਿ ਠੀਕ ਹੈ ਤੁਸੀਂ ਖਾਣਾ ਖਵਾ ਦਿਓਗੇ, ਬੁਲਾ ਕੇ ਚੰਗੀ ਗੱਲ ਹੈ, ਪਰ ਇਹ ਅੱਗੇ ਨੂੰ ਯਕੀਨੀ ਬਣਾਇਆ ਜਾਵੇ ਕਿ ਅੰਮ੍ਰਿਤਸਰ ਵਾਲੀ ਕੁੜੀ ਨੂੰ ਆਪਦਾ ਪਿਤਾ ਨੂੰ ਮੋਟਰਸਾਈਕਲ ਵੇਚ ਕੇ ਹਾਕੀ ਲੈਣੀ ਪਈ ਸੀ। ਤਾਂ ਜਿਹੜੇ ਖਿਡਾਰੀ ਇਸ ਲੈਵਲ ਤੱਕ ਪਹੁੰਚਦੇ ਨੇ ਉਹਨਾਂ ਖਿਡਾਰੀਆਂ ਦੇ ਅਸੀਂ
ਕੀ ਪ੍ਰਬੰਧ ਕੀਤਾ ਹੈ? ਜੀ ਕੋਈ ਪ੍ਰਾਇਮਰੀ ਤੱਕ ਦਾ ਸਿਸਟਮ ਬਣਾਇਆ? ਜੀ ਜਿਹੜੀ ਪੈਰ ਦੇ ਉੱਤੇ ਇਹਨਾਂ ਦੀ ਸਿਲੈਕਸ਼ਨ ਬਾਜੀ ਦੇ ਵਿੱਚ ਭਾਈ ਭਤੀਜਾਵਾਦ ਆਉਂਦਾ ਹੈ। ਜੀ ਆ ਕੁੜੀ ਗੋਲਾ ਸੁੱਟਣ ਵਾਲੀ ਮਨਪ੍ਰੀਤ ਜੀ ਡਾਇਰੈਕਟਰ ਦੇ ਘਰ ਦੇ ਦਫ਼ਤਰ ਦੇ ਗੇੜੇ ਕੱਢ ਕੇ ਆ ਗਈ। 3 ਘੰਟੇ ਉਹਨੂੰ ਕੋਈ ਮਿਲਿਆ ਨਹੀਂ, ਜੀ ਤੋਂ ਆਸਾਂ ਨੇ ਜੀ ਕਿ ਅਗਲੇ ਸਮੇਂ ਦੇ ਵਿੱਚ ਜਿਹੜੀ ਆ ਰਹੀਆਂ ਨੇ ਕਾਮਨਵੈਲਥ ਖੇਡਾਂ ਜੀ ਤੇ ਹੋਰ ਖੇਡਾਂ ਜਿਹੜੀਆਂ ਆ ਰਹੀਆਂ ਨੇ, ਉਹਦੇ ਵਿੱਚ ਉਹ ਪੰਜਾਬ ਦੀ ਆਸ ਹੈ ਕਿ ਉਹਦੇ ਤੋਂ ਆਸ ਰੱਖੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਕਿੰਨੇ ਖਿਡਾਰੀ ਤੁਰੇ ਫਿਰਦੇ ਨੇ, ਉਹਨਾਂ ਦਾ ਜੀਵਨ ਕਿੰਨਾ ਕੁ ਤੁਸੀਂ ਉੱਚਾ ਚੁੱਕਿਆ ਹੈ। ਜਾਂ ਜਿਹੜੀ ਖਿਡਾਰਨ ਨੇ ਮਤਲਬ ਉਹਦੇ ਪਿਤਾ ਨੇ ਮੋਟਰਸਾਈਕਲ ਵੇਚਿਆ ਸੀ, ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਉਹਦੇ ਲਈ ਕੈਪਟਨ ਸਾਹਿਬ ਨੇ ਕਾਰਵਾਈ ਕਰਵਾਈ ਜੀ ਤੇ ਮੰਤਰੀ ਨੇ ਕਦੇ ਸੋਚਿਆ ਕਿ ਉਹ ਜ਼ਿਲ੍ਹੇ ਦੇ ਜਿਹੜੇ ਖੇਡ ਅਧਿਕਾਰੀ ਸਨ ਉਹ ਕਿੱਥੇ ਸੁੱਤੇ ਪਏ ਸੀ? ਤੇ ਜਦੋਂ ਅਸੀਂ ਸਾਰਾ ਕੁਝ ਜਿੱਤ ਕੇ ਆ ਗਏ ਹਾਂ, ਅੱਜ ਦੰਗੜ ਕਰਦੇ ਫਿਰਦੇ ਨੇ ਉਹਨਾਂ ਦੇ ਹੱਕ ਦੇ ਵਿੱਚ। ਕਦੇ ਕੋਈ ਸ਼ਰਮ ਨਾਂ ਦੀ ਚੀਜ਼ ਹੈ ਸਾਡੇ ਪੱਲੇ ਕਿ ਕਿਹੜੀ ਅਸੀਂ ਖੇਡ ਨੀਤੀ ਦੇ ਵਿੱਚ ਸੁਧਾਰ ਲਿਆ ਥਾ? ਕਿਹੜਾ ਅਸੀਂ ਆ ਜਿੰਨੇ ਵਿਦਿਆਰਥੀ ਆਏ ਨੇ ਹਾਕੀ ਨੂੰ ਛੱਡ ਕੇ ਖਿਡਾਰੀ ਸਾਰੇ ਵਿਅਕਤੀਗਤ ਮਾਮਲਿਆਂ ਦੇ ਵਿੱਚ ਆਏ ਨੇ, ਉੱਥੇ ਇਹਨਾਂ ਦਾ ਕੀ ਯੋਗਦਾਨ ਹੈ? ਜਾਂ ਤਾਂ ਉਹਨਾਂ ਦੇ ਮਾਪਿਓ ਦਾ ਹੈ ਜਾਂ ਉਹਨਾਂ ਦੇ ਕੋਚ ਸਾਹਿਬਾਨ ਦਾ ਹੈ। ਇਹ ਤਾਂ ਅੱਜ ਵਾਹਵਾ ਖੱਟਣ ਲੱਗ ਗਏ ਨੇ। ਜਦੋਂ ਉਹ ਗਏ ਸੀ ਇਹਨਾਂ ਨੂੰ ਇਹ ਸ਼ਰਮ ਨਹੀਂ ਆਈ ਕਿ ਭਾਰਤ ਦੀ ਹਾਕੀ ਟੀਮ ਨੂੰ ਸਪਾਂਸਰ ਕੀਤਾ ਜਿਹਦੇ ਵਿੱਚ ਸਭ ਤੋਂ ਵੱਧ ਖਿਡਾਰੀ ਖੇਡਦੇ ਸੀ ਪੰਜਾਬ ਦੇ, ਤੇ ਨਵੀਨ ਪਟਿਆਕ ਨਾਇਕ ਉੜੀਸਾ ਦੇ ਮੁੱਖ ਮੰਤਰੀ ਨੇ ਸਪਾਂਸਰ ਕੀਤੀ ਸੀ ਇਹ ਹਾਕੀ ਟੀਮ। ਤੇ ਕਦੇ ਸੋਚਿਆ ਉਹਦੇ ਬਾਰੇ 'ਚ ਕਿ ਉਹ ਕਿਉਂ ਉਹਨਾਂ ਨੂੰ ਸਪਾਂਸਰਸ਼ਿਪ ਕਰਨਾ ਪੈ ਗਿਆ? ਕਰੋੜਾਂ ਰੁਪਈਆ ਅਸੀਂ ਆ ਜਿਹੜੇ ਸਾਡੇ ਤੁਰੇ ਫਿਰਦੇ ਨੇ ਸਲਾਹਕਾਰ ਉਹਨਾਂ ਦੇ ਉੱਤੇ ਖਰਚ ਕਰਤਾ, ਉਹਨਾਂ ਦੀਆਂ ਭੱਤਿਆਂ ਤੇ ਖਰਚ ਕੀਤਾ ਜਾ ਰਿਹਾ ਹੈ। ਜੇ 2-4 ਘਟਾ ਕੇ ਉਹਨਾਂ ਦੀ ਥਾਂ ਦੇ ਉੱਤੇ ਇਹਨਾਂ ਖਿਡਾਰੀਆਂ ਨੂੰ ਕੋਈ ਸਪੋਰਟ ਕੀਤੀ ਹੁੰਦੀ ਤਾਂ ਇਹ ਖਿਡਾਰੀ ਕਿਤੇ ਵਧੀਆ ਹੋਰ ਕੰਮ ਕਰਕੇ ਆਉਂਦੇ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਪੰਜਾਬ ਦੇ ਹਰ ਇੱਕ ਮੁੱਦੇ 'ਤੇ ਖੁੱਲ੍ਹ ਕੇ ਚਰਚਾ ਕੀਤੀ ਹੈ। ਤੇ ਹੁਣ ਦੇਖਣਾ ਇਹ ਹੋਊਗਾ ਕਿ ਜਿਹੜੀ ਕਰਨਾਲ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚੋਂ ਕੀ ਸਿੱਟਾ ਨਿਕਲ ਕੇ ਆਉਂਦਾ ਹੈ। ਤਦ ਤੱਕ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।